प्रभु के वचन दे विच असीं 6वें चैप्टर दे विच चलदे पए हां। अफसियां दा 6वां भाव 355 पन्ना और असीं इसकी 10 आयत तो लैके 20 आयत तक पढ़ांगे। जिसनूं मिल जाए वो इसनूं पढ़ ना पास्टर जी इधर सारिਆਂ ਨੂੰ ਜੈ ਮਸੀਹ ਦੀ। ਸਫਲ ਪਾਸਟਰ ਜੀ ਨੇ ਦੱਸ ਹੀ ਦਿੱਤਾ 355 ਪਰਮੇਸ਼ਰ ਦੇ ਸਭ ਹਥਿਆਰ। ਅੰਤ ਵਿੱਚ ਮੇਰਾ ਇਹ ਕਹਿਣਾ ਹੈ ਕਿ ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ ਅਤੇ ਉਸ ਦੀ ਸ਼ਕਤੀ ਨੂੰ ਸਵੀਕਾਰ ਕਰੋ। ਪਰਮੇਸ਼ਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਧਾਰ ਲਵੋ ਕਿ ਤੁਸੀਂ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ। ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ, ਸਗੋਂ ਇਸ ਹਨੇਰੇ ਸੰਸਾਰ ਦੀਆਂ ਸ਼ਕਤੀਆਂ ਅਤੇ ਆਕਾਸ਼ੀ ਭੈੜੀਆਂ ਆਤਮਕ ਸ਼ਕਤੀਆਂ ਦੇ ਵਿਰੁੱਧ ਹੈ। ਇਸ ਲਈ ਪਰਮੇਸ਼ਰ ਦੇ ਹਥਿਆਰ ਇਸੇ ਘੜੀ ਲਵੋ ਕਿ ਭੈੜੇ ਦਿਨ ਆਉਣ ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ ਅਤੇ ਇਸ ਤਰ੍ਹਾਂ ਤੁਸੀਂ ਪੂਰਨ ਟਾਕਰਾ ਹੋਣ ਤੇ ਵੀ ਜੇਤੂ ਠਹਿਰੋਗੇ। ਇਸ ਲਈ ਸਾਵਧਾਨ ਰਹੋ, ਸੱਤ ਦਾ ਕਮਰਬੰਦ ਅਤੇ ਧਾਰਮਿਕਤਾ ਦਾ ਸੰਜੋਆ ਪਹਿਨ ਲਵੋ। ਪੈਰੀ ਸ਼ਾਂਤੀ ਦੇ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ ਅਤੇ ਵਿਸ਼ਵਾਸ ਦੀ ਢਾਲ ਨੂੰ ਹਰ ਸਮੇਂ ਪਹਿਨੀ ਰੱਖੋ। ਇਸ ਦੁਆਰਾ ਤੁਸੀਂ ਸ਼ੈਤਾਨ ਦੇ ਅਣਗਿਣਤ ਅਗਨੀ ਬਾਣਾਂ ਨੂੰ ਬੁਝਾ ਸਕੋਗੇ। ਇਸੇ ਤਰ੍ਹਾਂ ਮੁਕਤੀ ਦੇ ਦਾਨ ਨੂੰ ਆਪਣਾ ਲੋਹ ਟੋਪ ਅਤੇ ਆਤਮਾ ਨੂੰ ਤਲਵਾਰ ਦੇ ਰੂਪ ਵਿੱਚ ਅਰਥਾਤ ਉਸ ਆਤਮਾ ਨੂੰ ਜੋ ਪਰਮੇਸ਼ਰ ਦਾ ਵਚਨ ਹੈ ਲੈ ਲਵੋ। ਇਸ ਸਭ ਦੇ ਨਾਲ ਹਰ ਵੇਲੇ ਆਤਮਾ ਦੇ ਰਾਹੀਂ ਪ੍ਰਾਰਥਨਾ ਕਰਦੇ ਰਹੋ ਅਤੇ ਪਰਮੇਸ਼ਰ ਤੋਂ ਮਦਦ ਮੰਗਦੇ ਰਹੋ। ਪਰਮੇਸ਼ਰ ਦੇ ਲੋਕਾਂ ਲਈ ਵੀ ਦਿਨ ਰਾਤ ਪ੍ਰਾਰਥਨਾ ਕਰਦੇ ਰਹੋ। ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਬੋਲਦੇ ਸਮੇਂ ਪਰਮੇਸ਼ਰ ਮੈਨੂੰ ਇਹੋ ਜਿਹੇ ਸ਼ਬਦ ਦੇਵੇ ਜਿਨ੍ਹਾਂ ਰਾਹੀਂ ਮੈਂ ਦਲੇਰੀ ਦੇ ਨਾਲ ਸ਼ੁਭ ਸਮਾਚਾਰ ਦੇ ਗੁਪਤ ਭੇਦ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਸਕਾਂ, ਕਿਉਂਕਿ ਇਸੇ ਦਾ ਮੈਂ ਰਾਜਦੂਤ ਹਾਂ। ਬੇਸ਼ੱਕ ਇਸ ਸਮੇਂ ਮੈਂ ਕੈਦੀ ਹਾਂ, ਪ੍ਰਾਰਥਨਾ ਕਰੋ ਕਿ ਦਲੇਰੀ ਦੇ ਨਾਲ ਮੈਂ ਇਸ ਨੂੰ ਪ੍ਰਗਟ ਕਰਾਂ ਜਿਸ ਤਰ੍ਹਾਂ ਕਿ ਮੈਨੂੰ ਕਰਨਾ ਚਾਹੀਦਾ ਹੈ। ਬਚਨ ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਹੋਰ ਵੀ ਪੜ੍ਹਨਾ ਜੀ? बस एक थैंक यू ब्रदर जी। कल असीं वर्स 10 तो लैके 13 तक देखी सी और 10 तो 13 तक असीं ये देखिया सी कि सब तो पहला अफसियां दे जिहड़े लोग सी वो बेचारे कित्थों निकल के आए सी। अफसियां दा एक वो जिहड़ा शहर आ जिथे वो रह रहे आ वो बेसिकली तुसीं ये कह सकते हैं कि शैतान दा अपना डेरा सी उत्थे। क्यों? उत्थे हर तरह दीयां रूहां कढण वाले, हर तरह दीयां कल्टां, हर तरह दे देवी देवतियां दे मंदिर उत्थे सी। हर तरह दी गंदगी उत्थे हुंदी सी और खास करके जिहड़ा उत्थे अरमेतियस दा मंदिर सी वो बेसिकली असीं ये कह सकते हैं कि वो उसदा ओहदी इनकम दा एक साधन यह सी कि उत्थे वैश्वागिरी हुंदी सी, देवदासियां उत्थे हुंदियां सी। और प्रभु दा बंदा उन्होंने ये दसदा पिया कि तुहाडा जिहड़ा युद्ध आ अफसियां दे लोगो, जिहड़ा तुहाडा युद्ध आ वो सिर्फ ये जिहड़ियां असीं दुनिया दे विच ताकतां देखदे पए आ इन्हां दे नाल नहीं, बल्कि उन्हां दे नाल जिन्हां नूं दुनिया दे विच इन्हां नूं भैड़ियां ताकतां बनाया है। तुसीं कई बारी ये देखिया होना कि जब भी तुसीं प्रभु दा वचन जिहड़ा बंदा उस रस्ते ते तुरिया आया जां ओ देवी देवतियां दे चक्कर दे विच पिया आया, तुसीं जिस वेले भी उसदे कोल प्रभु दा वचन लैके जाओगे एक कंध खड़ी होई और वो कंध बेशक वो इस चीज नूं मनदा कि मैं तो उस देश दे विचों आया जिथे सारे धर्मां नूं इक जिहा मन्निया जाए, जिथे सब दी असीं इज्जत करदे हां। लेकिन तुसीं जिस वेले तुसीं उसकी आत्मा की गल करोगे तो एक कंध खड़ी हो जाए और वो जिहड़ी कंध आ ओहदी जिहड़ी हर एक जिहड़ी इट होएगी वो गुस्से दी जां नफरत दी होएगी। तो प्रभु दा बंदा उन्हां नूं की कह रहा? प्रभु दा बंदा उन्हां नूं कह रहा कि अफसियो जिथे तुसीं रहने पए हो और जिहड़े लोकां दे विच तुसीं रहने पए और जिहड़े इन्हां सारियां चीज़ां नूं मनदे आ उत्थे शैतान दी रूह वास करदी पई है। सो तुहाडी जिहड़ी जंग आ
ਇਹ ਜਿਹੜੇ ਭੈਣ ਭਰਾ ਤੁਸੀਂ ਦੇਖਦੇ ਪਏ ਇਹਨਾਂ ਦੇ ਨਾਲ ਨਹੀਂ, ਸਗੋਂ ਤੁਹਾਡੀ ਜੰਗ ਉਹਨਾਂ ਰੂਹਾਂ ਦੇ ਨਾਲ ਜਿਹੜੀਆਂ ਇਹਨਾਂ ਨੂੰ ਚਲਾ ਰਹੀਆਂ, ਜੋ ਇਹਨਾਂ ਨੂੰ ਚਲਾ ਰਹੀਆਂ, ਜੋ ਇਹਨਾਂ ਦੇ ਪਿੱਛੇ। ਔਰ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਦੇਖਿਆ ਸੀਗਾ ਕੱਲ ਕਿ ਜਿਸ ਵੇਲੇ ਸ਼ੈਤਾਨ ਨੂੰ ਸਵਰਗ ਤੋਂ ਸੁੱਟਿਆ ਗਿਆ ਤਾਂ ਵਚਨ ਦੱਸਦਾ ਕਿ ਆਪਣੀ ਪੂਛ ਦੇ ਨਾਲ 1/3 ਫਰਿਸ਼ਤੇ ਲੈ ਕੇ ਆਇਆ। ਨਾ ਹੁਣ ਤੁਸੀਂ 1/3 ਜਿਹੜਾ ਹੁੰਦਾ ਉਹ ਕਿਸੇ ਚੀਜ਼ ਦਾ 1/3 ਹੁੰਦਾ। ਔਰ ਅਸੀਂ ਉੱਥੋਂ ਆਏ ਹਾਂ ਜਿੱਥੇ 33 ਕਰੋੜ ਦੇਵੀ ਦੇਵਤੇ ਮੰਨੇ ਜਾਂਦੇ ਆ, ਔਰ ਹਰੇਕ ਦੇਵਤਾ ਜਿੱਥੇ ਵੀ ਬੈਠਾ ਉੱਥੇ ਪਿੱਛੇ ਕੋਈ ਨਾ ਕੋਈ ਹੋਰ ਰੂਹ ਬੈਠੀ ਹੋਆ, ਔਰ ਜਿਹੜੀ ਉਸ ਇਨਸਾਨ ਨੂੰ ਮੁਕਤੀ ਦੇ ਵੱਲ ਜਾਣ ਨੂੰ ਨਹੀਂ ਕਹਿੰਦੀ ਹੈਗੀ, ਉਧਰ ਨੂੰ ਨਹੀਂ ਲੈ ਕੇ ਜਾ ਰਹੀ, ਉਸਦਾ ਮਨ ਨੂੰ ਉਸਨੇ ਕਠੋਰ ਕੀਤਾ ਹੈ। ਸੋ ਸਾਡੀ ਜਿਹੜੀ ਜੰਗ ਆ ਸਾਡੇ ਭੈਣਾਂ ਭਰਾਵਾਂ ਦੇ ਨਾਲ ਨਹੀਂ, ਸਾਡੇ ਦੇਸ਼ ਦੇ ਵਾਸੀਆਂ ਦੇ ਨਾਲ ਨਹੀਂ, ਸਾਡੀ ਗੋਰਿਆਂ ਦੇ ਨਾਲ, ਕਾਲਿਆਂ ਦੇ ਨਾਲ, ਨੀਲਿਆਂ ਦੇ ਨਾਲ, ਪੀੜਿਆਂ ਦੇ ਨਾਲ ਨਹੀਂ। ਸਾਡੀ ਜਿਹੜੀ ਜੰਗ ਉਸ ਆਤਮਾ ਦੇ ਨਾਲ ਆ ਜੋ ਉਹਨਾਂ ਦੇ ਪਿੱਛੇ। ਸੋ ਇਸ ਕਰਕੇ ਪ੍ਰਭੂ ਦਾ ਬੰਦਾ ਕਹਿੰਦਾ ਪਿਆ, ਸੋ ਤੁਸੀਂ ਉਹ ਹਥਿਆਰ ਲਓ ਜਿਨ੍ਹਾਂ ਹਥਿਆਰਾਂ ਦੇ ਨਾਲ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ, ਔਰ ਪੂਰਾ ਮੁਕਾਬਲਾ ਹੋਣ ਤੇ ਬਾਅਦ ਦੇ ਵਿੱਚ ਜੇਤੂ ਠਹਿਰੋ। ਜੰਗ ਲਈ ਤਾਂ ਕੋਈ ਵੀ ਨਿਕਲ ਸਕਦਾ, ਪਰ ਕੀ ਅਸੀਂ ਜੇਤੂ ਹੋਣ ਦੇ ਲਈ ਨਿਕਲਦੇ ਪਏ? ਕੀ ਸਾਨੂੰ ਜਿੱਤ ਮਿਲੇਗੀ? ਭਾਈ ਸਹੀ ਹਥਿਆਰ ਹੋਣਗੇ ਤਾਂ ਜ਼ਰੂਰ ਮਿਲੇਗੀ। ਅਗਰ ਸਾਡਾ ਬੱਚਾ ਕੋਈ ਐਸਾ ਕੰਮ ਕਰਦਾ ਪਿਆ ਔਰ ਇੱਕ ਐਸਾ ਕੋਈ ਇਮੋਸ਼ਨ ਸਾਨੂੰ ਸ਼ੋ ਕਰਦਾ, ਕੋਈ ਐਟੀਟਿਊਡ ਸ਼ੋ ਕਰਦਾ ਪਿਆ, ਇਟਸ ਨਾਟ ਹਿਮ। ਉਸ ਦੇ ਪਿੱਛੇ ਜਿਹੜੀ ਆਤਮਾ ਹੈ ਉਹ ਅਸੀਂ ਦੋ ਤਰ੍ਹਾਂ ਕਰ ਸਕਦੇ ਹਾਂ। ਜਾਂ ਤਾਂ ਉਹ ਜਿੱਦਾਂ ਇੰਡੀਆ 'ਚ ਚਿਮਟਿਆਂ ਦੇ ਨਾਲ ਕੁੱਟਦੇ ਹੁੰਦੇ ਸੀ, ਉਹ ਨਿਆਣਿਆਂ ਨੂੰ ਕੁੱਟਣਾ ਸ਼ੁਰੂ ਕਰ ਦਈਏ, ਨਿਆਣਾ ਘਰੋਂ ਚਲੇ ਜਾਊਗਾ, ਅਸੀਂ ਜੇਲ੍ਹ 'ਚ ਜਾ ਕੇ ਬਹਿ ਜਾਵਾਂਗੇ। ਜਾਂ ਫਿਰ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉਸ ਆਤਮਾ ਦੇ ਅਗੇਂਸਟ ਜਾਈਏ, ਜਿਸ ਦੇ ਲਈ ਸਾਨੂੰ ਬਹੁਤ ਕੁਛ ਚਾਹੀਦਾ, ਜੋ ਸਾਨੂੰ ਇੱਥੇ ਦਿੱਤਾ ਗਿਆ। ਇਹ ਉਸ ਤੋਂ ਕਿਤੇ ਜ਼ਿਆਦਾ ਆ ਜਿੰਨਾ ਸਾਨੂੰ ਚਾਹੀਦਾ। ਇਹ ਜਿਹੜਾ ਹਿੱਸਾ ਸਾਨੂੰ ਦਿੱਤਾ ਗਿਆ ਇਹ ਕਿਤੇ ਜ਼ਿਆਦਾ ਹੈ ਜਿੰਨਾ ਸਾਨੂੰ ਚਾਹੀਦਾ ਉਹਦੇ ਤੋਂ। ਇੱਥੇ ਇਸ ਹਿੱਸੇ ਦੇ ਵਿੱਚ ਹਰੇਕ ਚੀਜ਼ ਸਾਡੀ ਕਵਰਡ, ਹਰੇਕ ਐਂਗਲ ਤੋਂ ਪ੍ਰਭੂ ਨੇ ਸਾਨੂੰ ਡਿਫੈਂਸਿਵ ਤੌਰ ਤੇ ਔਰ ਆਫੈਂਸਿਵ ਤੌਰ ਤੇ ਸਾਨੂੰ ਉਸਨੇ ਯਾਨੀ ਕਿ ਆਪਣਾ ਬਚਾਓ ਕਰਨ ਦੇ ਲਈ ਔਰ ਹਮਲਾ ਕਰਨ ਦੇ ਲਈ ਪ੍ਰਭੂ ਨੇ ਸਾਨੂੰ ਤਿਆਰ ਕੀਤਾ ਹੈ, ਜਿਸ ਲਈ ਅਸੀਂ ਪ੍ਰਭੂ ਦੇ ਇਸ ਵਚਨ ਨੂੰ ਦੇਖਦੇ ਹਾਂ। ਉਸਨੇ ਸਾਨੂੰ ਸਿਰਫ ਸਾਡੇ ਆਪਣੇ ਵਿਚਾਰਾਂ ਦੇ ਨਾਲ ਨਹੀਂ ਕਦੇ, ਉਹ ਸਾਡੇ ਜਿਹੜੇ ਇੱਥੋਂ ਮਨ ਦੇ ਵਿਚਾਰ, ਸਾਡੀ ਬੁੱਧੀ, ਸਾਡੇ ਅੰਦਰ ਦਾ ਉਹ ਇਨਸਾਨ ਜਿੱਥੇ ਸਾਡੀ ਆਤਮਾ, ਸਾਡਾ ਸੱਜਾ ਹੱਥ, ਸਾਡਾ ਖੱਬਾ ਹੱਥ, ਸਾਡੇ ਪੈਰ, ਸਾਡਾ ਸਿਰ, ਸਾਡਾ ਬਾਕੀ ਦਾ ਧੜ ਜਿਹੜਾ ਇੱਥੇ ਆ, ਔਰ ਸਾਰੀ ਪੂਰੀ ਈਵਨ ਜਿਹੜੀ ਗਿੱਟਿਆਂ ਦੇ ਉੱਤੇ ਲੱਗੀ ਹੁੰਦੀ ਪੂਰੀ ਪ੍ਰੋਟੈਕਸ਼ਨ ਦੇ ਕੇ ਪ੍ਰਭੂ ਸਾਨੂੰ ਲੈ ਕੇ ਜਾ ਰਿਹਾ। ਔਰ ਉਸ ਪ੍ਰੋਟੈਕਸ਼ਨ ਦੇ ਬਦਲੇ ਦੇ ਪਿੱਛੇ ਇੱਕ ਉਹ ਚੀਜ਼ ਆ ਜਿਹੜਾ ਆਤਮਾ ਦਾ ਫਲ, ਆਤਮਾ ਦਾ ਫਲ। ਸੋ ਜਿਸ ਵੇਲੇ ਪ੍ਰਭੂ ਦਾ ਬੰਦਾ ਸ਼ੁਰੂ ਹੁੰਦਾ ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਉਸਨੇ ਕਹੀ ਆ, ਉਸਨੇ ਇਹ ਕਿਹਾ ਕਿ ਇਸ ਲਈ ਸਾਵਧਾਨ ਰਹੋ। ਯਾਨੀ ਕਿ ਇਹ ਬਹੁਤ ਜ਼ਰੂਰੀ ਹੈ। ਇਹ ਸਾਨੂੰ ਜਿਸ ਲਈ ਅਸੀਂ ਜਾਣਦੇ ਹਾਂ, ਅਸੀਂ ਅੰਦਾਜ਼ਾ ਲਾਉਂਦੇ ਹਾਂ ਕਿ ਅਸੀਂ ਕਿਸ ਨੂੰ ਫੇਸ ਕਰਦੇ ਪਏ ਹਾਂ, ਤੇ ਉੱਥੇ ਸਾਡੀ ਸਾਵਧਾਨੀ ਜਿਹੜੀ ਆ ਉਹ ਕੰਮ ਸਾਨੂੰ ਉੱਥੇ ਦਿਖਾਈ ਦਿੰਦਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਔਰ ਉਸ ਤੋਂ ਬਾਅਦ ਉਹ ਕਹਿ ਰਿਹਾ 7 ਦਾ ਕਮਰਬੰਦ, ਯਾਨੀ ਕਿ 7 ਦਾ ਕਮਰਬੰਦ।
और ये है प्योरिटी, प्रभु की दित्ती प्योरिटी। ये बहुत जरूरी। सब तो पहला जिहड़ी असीं प्रभु तो मंगते हैं उसकी पवित्रता मंगते कि असीं पवित्र नहीं, कि जिहड़ी मच्छी फड़ के लियाए बेशक ताजे पानी च लियाए कि ਉਹਦੇ ਵਿੱਚ ਬਦਬੂ हैगी आ। इस तरह साडे विच भी पाप है, उस सड़ांध की तरह साडे विच पाप भी हैगा। जे मच्छी उस पानी च रहिंदी है जिसनों सारा जगत वरत के ते साफ हुंदा और बदबू लाउंदा, वो खुद बदबू दे नाल भरी हुआ और इन्ने पानी दे विच रहिंदी। सो हाल साडा है। असीं बेशक जगत दे विच जिद्दां दा मर्जी बाहरों अपने आप नूं दिखाईए, लेकिन अंदर वो पाप रहिंदा, वो पाप बनिया है। कि उस पाप की सानूं सजा मिलती है? एब्सोल्यूटली नहीं, सजा नहीं मिलती। पाप जिहड़ा हैगा वो सानूं नम्रता दे वल लैके जांदा, ताकि मैं देखा, मैं इस तो पहला अपने भरा दे उत्ते उंगल चुका ते मैनूं ये दिखाई दे कि चार मेरे वल नूं, चार उंगलां मेरे वल नूं भी आउंदियां पईआं, मैं एक चुकदा पिया, चार आउंदियां पईआं। मैनूं नम्र रखे, मैनूं नम्र रखे कि मैनूं चुकण वाले ने कमजोरी तो चुकिया और इहनूं भी चुक सकदा। इस करके सब तो पहली जिहड़ी चीज आ वो है सत दा कमरबंद, धार्मिकता दा संजोग। प्रभु दे वचन दे विचों असीं दो हिस्से पढ़ांगे। मेरे नाल यसाया नबी दा 11वां भाव कड्डो, 1048 पन्ना। 11वां भाव आइज़ाया चैप्टर 11 ओदी 1 तो 9 आयत देखो, क्योंकि ये जिहड़ा काम है ये सारे काम प्रभु आप करदा, वो आप सानू अपनी सच्चाई दिंदा, अपनी शुद्धता दिंदा। सच वो आप। सो इस करके असीं अपने नाल प्रभु दा सच रखदे, असीं ओहदे सच दे विच विश्वास करदे, असीं ओहदे सच दे विच किंतु परंतु नहीं करदे, असीं उसदे सच नूं ਮੰਨਦੇ हैं जो वो है। चेलियां दे कोल किंतु परंतु करन नूं किन्ना कुछ, सब तो बड़ा किंतु परंतु तो उसका जन्म सी। और दूसरा वो इन्ने उन्होंने मिरेकल दिखा रहा कि वो प्रभु यसू उन्होंने ये कह रहा कि मैनू इन्होंने सलीब के उत्ते मारना, मैनू इन्होंने सलीब के उत्ते मारना। और अगला जिहड़ा किंतु परंतु सी, मैं तीसरे दिन फिर जी उठना। और उस तो अगला किंतु परंतु को मैं तुहाडे सामने उठा लिया जाना, और तुहाडे लई उस तो अगला किंतु परंतु मैं तुहाडे लई पवित्र आत्मा कर दूंगा। ਜਿਹੜੇ ਸਾਡੇ ਮਸੀਹਤ ਦੇ 5 ਪਿਲਰ, ਸਾਡੇ ਮਸੀਹਤ ਦੇ 5 ਪਿਲਰ, ਸਾਡੇ ਵਿਸ਼ਵਾਸ ਦੇ 5 ਪਿਲਰ ਆ। ਸਭ ਤੋਂ ਪਹਿਲਾ ਜਿਹੜਾ ਪਿਲਰ ਆ ਉਹ ਵੀ ਕਿੰਤੂ ਦੇ ਵਿੱਚ ਗਿਣਿਆ ਜਾ ਸਕਦਾ, ਪ੍ਰਭੂ ਯਿਸੂ ਮਸੀਹ ਦਾ ਕੁਆਰੀ ਤੋਂ ਪੈਦਾ, ਪਹਿਲਾ ਜਿਹੜਾ ਸਾਡਾ ਪਿਲਰ। ਦੂਸਰਾ ਪਿਲਰ ਪ੍ਰਭੂ ਯਿਸੂ ਮਸੀਹ ਦਾ ਪਾਪੀ ਦੇ ਲਈ अपनी जान दे, और उस जान दे विच अपना धर्म उसनूं देना और उसका पाप अपने उत्ते लेना। तीसरा पिलर प्रभु यीशु मसीह दा मुर्दियां दे विचों जी उठना, और शरीर समेत, आत्मा च नहीं। आत्मा च नहीं, बहुत सारे लोग कहते नहीं वो आत्मा दे विच उठिया, ना ना ना, वो शरीर दे विच उठिया। थोमा ने कहा मैं उन्नी देर तक विश्वास ही नहीं करूंगा जिन्नी देर तक मैं उसके हाथ पैर और उसकी बखी नहीं देखूंगा, और उसने दिखाई। उसने कहा तू मेरे हाथ देखने हैं, देख, तू मेरी बखी देखनी है, देख। दूजे थां प्रभु ने कहंदा तुहाडे कोल कुछ खाण नूं कोई चीज है? भूत दे मांस ते हड्डियां नहीं हुंदे। यसू ने उन्हां को मच्छी का टुकड़ा लैके खाधा, और ये नहीं होया कि वो आत्मा दे विच सी, तो उन्होंने मुंह च पाया तो थले डिग गया।
नहीं, उन्होंने खाधा उन्होंने नाल बैठ के 40 दिन उन्होंने नाल बैठ के प्रभु यीशु खांदे पींदे रहे और उन्होंने प्रभु के राज के बारे दसदे रहे। और फिर चौथा जिहड़ा साडा वो है प्रभु यीशु मसीह का स्वर्ग दे विच उठाया जाना और उसनूं संघासन ते बिठाया जाना। और साडा जिहड़ा पंजवां पिलर आ, 4 पूरे हो चुके आ, पंजवां नहीं पूरा होया, प्रभु यीशु मसीह का वापस आना और अपनी दुल्हन नूं नाल लैके जाना। पंजां च किंतु परंतु, लेकिन असी किंतु परंतु तो बाहर होकर इन्हां दे विच विश्वास करते हैं। इस करके असी बाकी दीयां चीजां च विश्वास साडा करना सौखा है। असी अगर 5 किंतु परंतु ते विश्वास करते पे हैं, जो कि साडे विश्वास का आधार आ, ते फिर बाकी दी चीजां च विश्वास करन दे लई सानू कोई भी साडे रस्ते च रुकावट नहीं होनी चाहिए कि प्रभु यीशु मसीह अपना सच सानू दिंदा। और आओ असी 11वां भाव उसकी 1 तो लैके 9 आयत तक कोई जाना इसमें पढ़ ले। मैं पढ़ देनी बस। पास्टर जी केड़ा चैप्टर है? ये हैगा मेरी प्यारी भैन यसाया नबी दा 11वां भाव 10:48 पर। ठीक है। जस्सी अर्थात दाऊद दा वंश एक ਵੱਡੇ ਰੁੱਖ ਦੇ ਟੁੰਡ ਵਾਂਗ ਹੋਵੇਗਾ, ਜਿਸ ਤੋਂ ਨਵੀਆਂ ਟਹਿਣੀਆਂ ਪੁੰਗਰਨੀਆਂ ਸ਼ੁਰੂ ਹੋਣ। ਇਸ ਲਈ ਉਸੇ ਤਰ੍ਹਾਂ ਦਾਊਦ ਦੇ ਵੰਸ਼ ਵਿੱਚੋਂ ਇੱਕ ਰਾਜਾ ਜਨਮ ਲਵੇਗਾ। ਪ੍ਰਭੂ ਦਾ ਆਤਮਾ ਉਸ ਨੂੰ ਸਮਝ ਤੇ ਗਿਆਨ ਦੇਵੇਗਾ। ਉਹ ਉਸ ਨੂੰ ਰਾਜ ਕਰਨ ਲਈ ਬੁੱਧੀ ਤੇ ਬਲ ਦੇਵੇਗਾ। ਉਹ ਉਸ ਨੂੰ ਪ੍ਰਭੂ ਦਾ ਗਿਆਨ ਤੇ ਡਰ ਦੇਵੇਗਾ। ਉਸ ਦੀ ਖੁਸ਼ੀ ਪ੍ਰਭੂ ਦਾ ਡਰ ਰੱਖਣ ਵਿੱਚ ਹੀ ਹੋਵੇਗੀ। ਉਹ ਰਾਜਾ ਨਾ ਬਾਹਰੀ ਰੂਪ ਨੂੰ ਦੇਖ ਕੇ ਅਤੇ ਨਾ ਹੀ ਕੇਵਲ ਸੁਣੀਆਂ ਸੁਣਾਈਆਂ ਗੱਲਾਂ ਨੂੰ ਸੁਣ ਕੇ ਨਿਆਂ ਕਰੇਗਾ, ਸਗੋਂ ਉਹ ਗਰੀਬਾਂ ਨੂੰ ਪੂਰਾ ਸੱਚਾ ਨਿਆਂ ਦੇਵੇਗਾ ਅਤੇ ਬੇਸਹਾਰਿਆਂ ਦੀ ਰੱਖਿਆ ਕਰੇਗਾ। ਉਸ ਦੇ ਹੁਕਮ ਨਾਲ ਲੋਕਾਂ ਨੂੰ ਸਜ਼ਾ ਮਿਲੇਗੀ ਅਤੇ ਦੁਸ਼ਟ ਮਾਰੇ ਜਾਣਗੇ। ਉਸ ਦੇ ਸ਼ਾਸਨ ਦਾ ਆਧਾਰ ਸਚਾਈ ਅਤੇ ਵਿਸ਼ਵਾਸਯੋਗਤਾ ਹੋਵੇਗਾ। ਉਸ ਸਮੇਂ ਬਘਿਆੜ ਤੇ ਭੇਡ ਦੋਵੇਂ ਇਕੱਠੇ ਰਹਿਣਗੇ। ਚੀਤਾ ਤੇ ਬੱਕਰੀ ਦੇ ਬੱਚੇ ਕੋਲ ਕੋਲ ਸੌਣਗੇ। ਜਵਾਨ ਸ਼ੇਰ ਅਤੇ ਘਰੇਲੂ ਪਸ਼ੂ ਇਕੱਠੇ ਚਾਰਾ ਖਾਣਗੇ ਅਤੇ ਉਹਨਾਂ ਦੀ ਦੇਖਭਾਲ ਇੱਕ ਛੋਟਾ ਮੁੰਡਾ ਕਰੇਗਾ। ਗਾਂ ਤੇ ਰਿਚਣੀ ਇਕੱਠੀਆਂ ਚੜਨਗੀਆਂ ਅਤੇ ਉਹਨਾਂ ਦੇ ਬੱਚੇ ਮਿਲ ਕੇ ਖੇਡਣਗੇ ਅਤੇ ਬੱਬਰ ਸ਼ੇਰ ਵੀ ਘਾਹ ਖਾਵੇਗਾ। ਦੁੱਧ ਚੁੰਗਦਾ ਬੱਚਾ ਸੱਪ ਦੀ ਖੁੱਡ ਕੋਲ ਖੇਲੇਗਾ ਅਤੇ ਨਾਗ ਦੀ ਖੁੱਡ ਵਿੱਚ ਹੱਥ ਪਾਵੇਗਾ, ਜੋ ਉਸ ਦਾ ਕੋਈ ਨੁਕਸਾਨ ਨਹੀਂ ਕਰੇਗਾ। ਉਸ ਸਮੇਂ ਪਰਮੇਸ਼ਰ ਦੇ ਪਵਿੱਤਰ ਪਹਾੜ ਸਿਯੋਨ ਉੱਤੇ ਕੁਝ ਵੀ ਹਾਨੀਕਾਰਕ ਜਾਂ ਦੁਸ਼ਟਤਾ ਨਾ ਹੋਵੇਗੀ। ਧਰਤੀ ਉਸ ਸਮੇਂ ਪ੍ਰਭੂ ਦੇ ਗਿਆਨ ਨਾਲ ਉਸੇ ਤਰ੍ਹਾਂ ਭਰੀ ਹੋਵੇਗੀ, ਜਿਸ ਤਰ੍ਹਾਂ ਸਾਗਰ ਪਾਣੀ ਨਾਲ ਭਰਿਆ ਹੁੰਦਾ ਹੈ। ਆਮੀਨ। प्रभु के बचन दे विच तुसी देखो कि ਇਹਦੇ ਵਿੱਚ किंतु परंतु ਕਰਨ ਨੂੰ ਕਿੰਨੀਆਂ ਚੀਜ਼ਾਂ ਜੇ ਅਸੀਂ ਕਰਨਾ। I mean ਜੇ ਦੇਖਿਆ ਜਾਵੇ ਤਾਂ ਜਿਸ ਸਮੇਂ ਦੇ ਵਿੱਚ ਅਸੀਂ ਰਹਿੰਦੇ ਪਏ ਹਾਂ, ਲੇਲਾ ਤਾਂ ਇੱਕੋ ਹੀ ਥਾਂ ਆਰਾਮ ਕਰਦਾ, ਉਹ ਵੀ ਸ਼ੇਰ ਦੇ ਢਿੱਡ 'ਚ, ਤੇ ਸੱਪ ਦੀ ਖੁੱਡ ਅਸੀਂ ਖੁੱਡ ਤੋਂ ਉੱਤੇ ਦੂਰ ਨੂੰ ਦੌੜਦੇ ਹਾਂ। ਸੋ ਕੀ ਕਹਿ ਰਿਹਾ ਉਹ, ਸਾਨੂੰ ਕੀ ਕਿਹੜੀ ਅਵਸਥਾ ਦੱਸਦਾ ਪਿਆ? ਇਹ ਜੰਗ ਦੀ ਅਵਸਥਾ, ਇਹ ਆਪਣੇ ਲੋਕਾਂ ਨੂੰ ਯੁੱਧ ਦੇ ਲਈ ਤਿਆਰੀ ਕਰਨ ਦੀ ਅਵਸਥਾ। ਇਹ ਜਿੰਨੀਆਂ ਚੀਜ਼ਾਂ ਪ੍ਰਭੂ ਨੇ ਸਾਨੂੰ ਦੱਸੀਆਂ, ਇਹ ਉਸਨੇ ਇਹ ਦੱਸੀਆਂ ਕਿ ਜਿਸ ਵੇਲੇ ਮੇਰਾ ਸੱਤ ਦਾ ਕਮਰਬੰਦ ਤੇਰੇ ਅੰਦਰ ਹੋਏਗਾ, ਉਸ ਦੇ ਅੰਦਰ ਜਿਹੜੀਆਂ ਚੀਜ਼ਾਂ ਹੋਣਗੀਆਂ, ਮੇਰਾ ਸੱਤ ਜਿਸ ਵੇਲੇ ਤੇਰੇ ਨਾਲ ਹੋਏਗਾ ਤਾਂ ਉਸ ਦੇ ਨਾਲ ਜਿਹੜੀਆਂ ਤੇਰੀਆਂ ਚੀਜ਼ਾਂ ਹੋਣਗੀਆਂ, ਉਹ ਤੈਨੂੰ ਤੇਰਾ ਨੁਕਸਾਨ ਨਹੀਂ ਕਰਨਗੀਆਂ। ਜਿਸ ਨੇ ਕੀ ਕਿਹਾ ਸੀ, ਉਹ ਸੱਪਾਂ ਨੂੰ ਚੁੱਕ ਲੈਣਗੇ, ਉਹਨਾਂ ਨੂੰ ਜ਼ਹਿਰ ਦਿੱਤੀ ਜਾਏਗੀ, ਉਹ ਮਰਨਗੇ। और वो प्रभु दा, क्योंकि वो प्रभु दा शुभ समाचार सुन। साडी जंग बाहर, साडी जंग बाहर। सत जेड़ा आ वो यसू दा सी है, ओदे सत दे उत्ते असीं विश्वास करदे हां। साडा जेड़ा बल आ वो प्रभु दा सत, वो अपने सत दे नाल साडे कमर नूं बन के रख। जिस तरह रीढ़ की हड्डी नहीं होंगी, वो प्रभु यसू मसीह का हरेक क्या शब्द साडे नाल, हरेक शब्द जिहड़ा उसने क्या मैं हाँ, वो साडे नाल होंदा। मैं ही राह हूं, मैं ही जिंदगी हाँ,
मैं ही सत ਅਸੀਂ ਪ੍ਰਭੂ ਦਾ ਸੱਤ ਨਾਲ ਲੈ ਕੇ ਤੁਰਦੇ ਹਾਂ, ਉਸ ਦੀ ਬਰਕਤ ਲੈ ਕੇ ਨਾਲ ਤੁਰਦੇ ਹਾਂ। ਇਹ ਸਭ ਤੋਂ ਜ਼ਰੂਰੀ ਆ। ਇਸ ਕਰਕੇ ਉਹ ਕਹਿੰਦਾ ਸੱਤ ਦਾ ਕਮਰਬੰਦ। ਔਰ ਮੇਰੇ ਨਾਲ ਇਸੇ ਦੇ 59ਵੇਂ ਭਾਵ ਦੇ ਵਿੱਚ ਆ ਜਾਓ, ਔਰ ਪੰਨਾ ਹੈ 1116 1117 ਪੰਨਾ ਐਕਚੁਅਲੀ। ਔਰ ਅਸੀਂ ਸ਼ੁਰੂ ਕਰਾਂਗੇ ਜਿੱਥੇ ਲਿਖਿਆ ਉਹਦੇ ਟੌਪ ਤੇ ਪ੍ਰਭੂ ਦਾ ਆਪਣੇ ਲੋਕਾਂ ਦੇ ਬਚਾਓ ਨੂੰ ਤਿਆਰੀ ਕਰਨਾ। 15 ਆਇਤਾਂ ਬੇਸਿਕਲੀ ਉਹ, ਔਰ ਉੱਥੋਂ ਅਸੀਂ ਇਸ ਦੇ ਚੈਪਟਰ ਦੇ ਐਂਡ ਤੱਕ ਇਸ ਨੂੰ ਪੜ੍ਹਾਂ। ਜਿਸ ਨੂੰ ਮਿਲਿਆ ਮੈਂ ਪੜ੍ਹਦੀ ਨਹੀਂ ਪਾਸਟਰ ਜੀ। ਪ੍ਰਭੂ ਦਾ ਆਪਣੇ ਲੋਕਾਂ ਦੇ ਬਚਾਓ ਲਈ ਤਿਆਰੀ ਕਰਨਾ। ਪ੍ਰਭੂ ਨੇ ਇਹ ਦੇਖਿਆ ਹੈ ਅਤੇ ਉਹ ਨਾ ਖੁਸ਼ ਹੈ, ਕਿਉਂਕਿ ਨਿਆਂ ਕਿਸੇ ਥਾਂ ਵੀ ਨਹੀਂ ਹੈ। ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਅਤਿਆਚਾਰ ਸਹਿਣ ਵਾਲੇ ਦਾ ਕੋਈ ਬਚਾਅ ਨਹੀਂ ਕਰਦਾ ਹੈ। ਇਸ ਲਈ ਉਹ ਆਪ ਆਪਣੀ ਸ਼ਕਤੀ ਵਰਤ ਕੇ ਉਹਨਾਂ ਦਾ ਬਚਾਅ ਕਰੇਗਾ ਅਤੇ ਜਿੱਤ ਪ੍ਰਾਪਤ ਕਰੇਗਾ। ਉਹ ਨਿਆਂ ਦਾ ਸੰਜੋਗ ਅਤੇ ਮੁਕਤੀ ਦਾ ਟੋਪ ਪਾਵੇਗਾ। ਉਹ ਸਭ ਚੀਜ਼ਾਂ ਨੂੰ ਠੀਕ ਕਰਨ ਦੀ ਇੱਛਾ ਦੇ ਕੱਪੜੇ ਪਾਵੇਗਾ ਅਤੇ ਲੋਕਾਂ ਉੱਤੇ ਅਤਿਆਚਾਰ ਦਾ ਬਦਲਾ ਲੈਣ ਅਤੇ ਉਸ ਦੇ ਕਰਨ ਵਾਲਿਆਂ ਨੂੰ ਸਜ਼ਾ ਦੇਣ ਦਾ ਫੈਸਲਾ ਕਰੇਗਾ। ਉਹ ਆਪਣੇ ਵੈਰੀਆਂ ਨੂੰ ਉਹਨਾਂ ਦੇ ਕੀਤੇ ਅਨੁਸਾਰ ਬਦਲਾ ਦੇਵੇਗਾ। ਪੂਰਬ ਤੋਂ ਲੈ ਕੇ ਪੱਛਮ ਤੱਕ ਸਭ ਲੋਕ ਉਸ ਤੋਂ ਅਤੇ ਉਸ ਦੀ ਸ਼ਕਤੀ ਤੋਂ ਡਰਨਗੇ। ਉਹ ਤੂਫਾਨੀ ਦਰਿਆ ਅਤੇ ਹਨੇਰੀ ਦੇ ਵਾਂਗ ਆਵੇਗਾ। ਪ੍ਰਭੂ ਆਪਣੇ ਲੋਕਾਂ ਨੂੰ ਕਹਿੰਦਾ ਹੈ, ਮੈਂ ਯਰੂਸ਼ਲਮ ਵਿੱਚ ਤੁਹਾਨੂੰ ਛੁਟਕਾਰਾ ਦੇਣ ਲਈ ਅਤੇ ਉਹਨਾਂ ਨੂੰ ਸਭ ਦਾ ਬਚਾਅ ਕਰਨ ਲਈ ਜੋ ਆਪਣੇ ਪਾਪਾਂ ਵੱਲੋਂ ਮੂੰਹ ਮੋੜਨਗੇ ਆਵਾਂਗਾ। ਮੈਂ ਤੁਹਾਡੇ ਨਾਲ ਇਹ ਨੇਮ ਬੰਨਦਾ ਹਾਂ, ਮੈਂ ਤੁਹਾਨੂੰ ਆਪਣਾ ਆਤਮਾ ਦਿੱਤਾ ਹੈ ਅਤੇ ਮੇਰੀਆਂ ਸਿੱਖਿਆਵਾਂ ਹਮੇਸ਼ਾ ਤੁਹਾਡੀਆਂ ਹੋਣਗੀਆਂ। ਹੁਣ ਤੋਂ ਲੈ ਕੇ ਤੁਸੀਂ ਮੇਰੀ ਆਗਿਆ ਮੰਨੋਗੇ ਅਤੇ ਇਸ ਦੇ ਮੰਨਣ ਲਈ ਆਪਣੇ ਬੱਚਿਆਂ ਅਤੇ ਵੰਸ਼ ਨੂੰ ਵੀ ਸਿਖਾਵੋਗੇ ਕਿ ਉਹ ਹਮੇਸ਼ਾ ਮੇਰੇ ਆਗਿਆਕਾਰੀ ਰਹਿਣ। ਹਮੇਸ਼ਾ ਮੇਰੇ ਆਗਿਆਕਾਰੀ ਰਹਿਣ। ਐਂਡ ਦੈਟਸ ਵੈਰੀ ਇੰਪੋਰਟੈਂਟ। ਇਹ ਬਹੁਤ ਇੰਪੋਰਟੈਂਟ ਕਿ ਅਸੀਂ ਇਹ ਕਰੀਏ। ਬਾਕੀ ਪ੍ਰਭੂ ਦਾ ਕੰਮ, ਲੇਕਿਨ ਅਸੀਂ ਜ਼ਰੂਰ ਕਰੀਏ। ਅਸੀਂ ਆਪਣੇ ਬੱਚਿਆਂ ਦਾ ਧਿਆਨ ਪ੍ਰਭੂ ਦੇ ਵੱਲ ਜ਼ਰੂਰ ਲਾਈਏ। ਲੇਕਿਨ ਜਿਹੜੀ ਇੱਥੇ ਮੇਨ ਚੀਜ਼ ਸਾਨੂੰ ਦੱਸੀ ਗਈ ਆ ਉਹ ਹੈ 17ਵੀਂ ਆਇਤ, ਕਿ ਉਹ ਨਿਆਂ ਦਾ ਸੰਜੋਗ ਅਤੇ ਮੁਕਤੀ ਦਾ ਟੁੱਪ ਪਾਵੇ। ਕਿੰਨੀਆਂ ਚੀਜ਼ਾਂ ਨੂੰ ਇਹ ਚੀਜ਼ ਦਿਖਾਉਂਦੀ ਪਈ ਕਿ ਉਹ ਆਪਣੀ ਮੁਕਤੀ ਪ੍ਰਭੂ ਦੇ ਵਿੱਚ ਸਮਝੇਗਾ। ਆਪਣੀ ਜਿਹੜੀ ਜਿੱਤ ਆ ਉਹ ਪ੍ਰਭੂ ਦੇ ਵਿੱਚ ਸਮਝੇਗਾ, ਨਾ ਕਿ ਦੁਨਿਆਵੀ ਚੀਜ਼ਾਂ ਦੇ ਵਿੱਚ, ਨਾ ਕਿ ਦੁਨਿਆਵੀ ਲੋਕਾਂ ਦੇ ਵਿੱਚ, ਨਾ ਕਿ ਦੁਨਿਆਵੀ ਅਰਥਾਂ ਦੇ ਵਿੱਚ। ਔਰ ਅੱਜ ਅਸੀਂ ਨਾਲ ਇੱਕ ਚੀਜ਼ ਸ਼ੁਰੂ ਕਰਨ ਜਾ ਰਹੇ ਹਾਂ। ਦਾਊਦ ਜਿਸ ਵੇਲੇ ਉਸ ਗੁਲਾਇਤ ਦੇ ਮੂਹਰੇ ਗਿਆ ਤੇ ਉਹਨੇ ਕੀ ਪਹਿਨਿਆ ਸੀ? ਉਸਦਾ ਮਾਣ ਕੌਣ ਸੀ? ਉਸਦੀ ਤਾਕਤ ਕੌਣ ਸੀ? ਆਓ ਮੇਰੇ ਨਾਲ ਅਸੀਂ ਉਹਨਾਂ ਹਿੱਸਿਆਂ ਦੇ ਵਿੱਚ ਚੱਲੀਏ। ਅਸੀਂ ਦੇਖਾਂਗੇ 1 ਸੈਮੂਅਲ ਚੈਪਟਰ 17, 1117 ਪੰਨਾ ਨਹੀਂ, 1117 ਪੰਨਾ ਨਹੀਂ, ਸੌਰੀ ਮੈਂ ਕਿतना ਗਲਤ ਲਿਖ ਲਿਆ। ਚੈਪਟਰ 17 417 ਪੰਨਾ। ਔਰ ਇੱਥੋਂ ਅਸੀਂ ਇੱਕ ਜਿੱਦਾਂ ਕਿ ਇੱਕ ਪਲਾਟ ਬਣਾਂਗੇ ਔਰ ਅਸੀਂ ਇੱਕ ਐਸੇ ਬੰਦੇ ਨੂੰ ਦੇਖਾਂਗੇ ਜਿਸ ਨੇ ਪਰਮੇਸ਼ਰ ਦਾ ਸਹਾਰਾ, ਔਰ ਇਹ ਜੋ ਕੁਝ ਅਸੀਂ ਦੇਖਣ ਜਾ ਰਹੇ ਹਾਂ ਜਾਂ ਦੇਖ ਲਿਆ, ਉਸਨੇ ਇਹ ਸਾਰਾ ਕੁਝ ਪਹਿਨਿਆ ਹੈ। ਔਰ ਇਸ ਨੂੰ ਪਹਿਨ ਕੇ ਉਹ ਇੱਕ ਐਸੇ ਬੰਦੇ ਦੇ ਮੂਹਰੇ ਜਾ ਰਿਹਾ ਜਿਹੜਾ ਕਿ ਵਾਰ ਹਾਰਡਨਡ, ਜਿਹੜਾ ਆਪਣੇ ਬਚਪਨ ਤੋਂ ਹੀ ਜੰਗਾਂ ਲੜਦਾ, ਜਿਹਦੀ ਹੋਸ਼ ਹੀ ਉੱਥੇ ਆਈ ਹੈ ਜਿੱਥੇ ਜੰਗਾਂ ਹੈ, ਜਿਸ ਨੂੰ ਛੋਟੇਪਨ ਤੋਂ ਹਰੇਕ ਹਥਿਆਰ ਚਲਾਉਣਾ ਸਿਖਾਇਆ ਗਿਆ, ਉਸਦੀ ਜਿਹੜੀ ਜੰਗ ਦੇ ਵਿੱਚ ਇੱਕ ਦੂਰਅੰਦੇਸ਼ੀ ਹੈ ਉਸਦੀ। ਉਹ ਆਪਣੇ ਐਨਮੀ ਨੂੰ ਦੇਖ ਕੇ, ਦੁਸ਼ਮਣ ਨੂੰ ਦੇਖ ਕੇ ਪਹਿਚਾਣ ਜਾਂਦਾ ਕਿ ਮੈਨੂੰ ਕਿਸ ਹਥਿਆਰ ਦੀ ਲੋੜ ਹੈ, ਇਸ ਨੂੰ ਮੈਂ ਕਿੱਦਾਂ ਮਾਰ ਦੇਣੀ ਹੈ, ਮੈਂ ਕਿੱਦਾਂ ਚੱਲਣਾ, ਕਿੱਦਾਂ ਨਹੀਂ ਚੱਲਣਾ, ਕਿਹੜਾ ਰਸਤਾ ਅਪਣਾਉਣਾ, ਮੈਂ ਪਿੱਛੇ ਹਟਣਾ, ਮੈਂ ਅੱਗੇ ਜਾਣਾ, ਮੈਂ ਖੱਬੇ ਨੂੰ ਜਾਣਾ, ਮੈਂ ਸੱਜੇ ਨੂੰ ਜਾਣਾ।
ਮੈਂ ਵਾਰ ਕਰਨਾ ਕਿ ਨਹੀਂ ਕਰਨਾ, ਇਹ ਸਾਰੀਆਂ ਚੀਜ਼ਾਂ ਉਸ ਨੂੰ ਜਨਮ ਤੋਂ ਸਿਖਾਈਆਂ ਗਈਆਂ। ਜਿਸ ਤਰ੍ਹਾਂ ਕਾਰ ਚਲਾਉਣੀ ਸਾਡੇ ਲਈ ਨੈਚੁਰਲ, ਇਸੇ ਤਰ੍ਹਾਂ ਜੰਗ ਲੜਨੀ ਉਸ ਬੰਦੇ ਦੇ ਲਈ ਨੈਚੁਰਲ, ਉਹਦੀ ਸੈਕੰਡ ਨੇਚਰ ਹੈ। ਔਰ ਇਹ ਸਭ ਕੁਝ ਜਾਣਦਾ ਹੋਇਆ ਪ੍ਰਭੂ ਦਾ ਬੰਦਾ ਹੁਣ ਉਹਦੇ ਨਾਲ ਲੜਨ ਦੇ ਲਈ ਜਾ ਰਿਹਾ। ਕਿਹੜੀ ਚੀਜ਼? ਆਓ ਦੇਖੀਏ। ਮੇਰੇ ਨਾਲ 17ਵਾਂ ਭਾਵ ਉਸਦੀ 1 ਤੋਂ ਲੈ ਕੇ 11 ਆਇਤ ਤੱਕ ਕੋਈ ਜਾਣਾ ਪੜੇ। ਮੈਂ ਪੜ੍ਹਦਾ ਮਾਸਟਰ ਜੀ। ਹਾਂਜੀ ਹਾਂਜੀ। ਗੋਲਿਅਥ ਦਾ ਇਜ਼ਰਾਈਲੀਆਂ ਨੂੰ ਲਲਕਾਰਨਾ। ਤਦ ਫਿਲਸਤੀ ਲੋਕ ਸਕੋ ਸ਼ਹਿਰ ਕੋਲ ਇਜ਼ਰਾਈਲੀਆਂ ਨਾਲ ਲੜਨ ਲਈ ਇਕੱਠੇ ਹੋਏ। ਉਹਨਾਂ ਨੇ ਸਕੋ ਅਤੇ ਐਜਕਾ ਦੇ ਵਿਚਕਾਰ ਇੱਕ ਥਾਂ ਅਫਸ ਦਮੀਮ ਤੇ ਆਪਣਾ ਫੌਜੀ ਕੈਂਪ ਲਾਇਆ। ਸਾਊਲ ਅਤੇ ਇਜ਼ਰਾਈਲੀ ਵੀ ਫਿਲਸਤੀਆਂ ਨਾਲ ਲੜਨ ਲਈ ਨਿਕਲੇ ਅਤੇ ਉਹਨਾਂ ਇਲਾਹ ਦੀ ਵਾਦੀ ਵਿੱਚ ਆਪਣਾ ਫੌਜੀ ਕੈਂਪ ਲਾਇਆ। ਇੱਕ ਪਹਾੜ ਉੱਤੇ ਇਜ਼ਰਾਈਲੀ ਖੜੇ ਸਨ, ਦੂਜੇ ਸਾਹਮਣੇ ਦੇ ਉੱਤੇ ਫਿਲਸਤੀ। ਉਹਨਾਂ ਦੋਹਾਂ ਧਿਰਾਂ ਦੇ ਵਿਚਕਾਰ ਵਾਦੀ ਸੀ। ਉਸ ਵੇਲੇ ਫਿਲਸਤੀਆਂ ਦੇ ਕੈਂਪ ਵਿੱਚੋਂ ਇੱਕ ਗਥ ਨਗਰ ਦਾ ਰਹਿਣ ਵਾਲਾ ਗੋਲੀਅਥ ਨਾਂ ਦਾ ਆਦਮੀ ਬਾਹਰ ਨਿਕਲ ਕੇ ਆਇਆ। ਉਸਨੇ ਇਜ਼ਰਾਈਲੀ ਫੌਜ ਨੂੰ ਲਲਕਾਰਿਆ। ਉਸਨੂੰ ਉੱਚੀ ਕੋਈ 3 ਮੀਟਰ ਇਜ਼ਰਾਈਲੀ ਫੌਜ ਨੂੰ ਲਲਕਾਰਿਆ। ਉਸਦੀ ਉਚਾਈ ਕੋਈ 3 ਮੀਟਰ ਸੀ। ਉਸਨੇ ਕਹੇ ਦੀ ਸੰਜੋ ਪਹਿਨੀ ਹੋਈ ਸੀ, ਜਿਸ ਦਾ ਭਾਰ ਕੋਈ 57 ਕਿਲੋ ਸੀ ਤੇ ਉਸ ਦੇ ਸਿਰ ਉੱਤੇ ਲੋਹੇ ਦਾ ਟੋਪ ਸੀ। ਉਸ ਦੀਆਂ ਦੋਵੇਂ ਲੱਤਾਂ ਵੀ ਕਹੇ ਦੇ ਕਵਚ ਨਾਲ ਢਕੀਆਂ ਹੋਈਆਂ ਸਨ ਅਤੇ ਉਸ ਦੇ ਹੱਥ ਵਿੱਚ ਇੱਕ ਕਹੇ ਦਾ ਬਣਿਆ ਬਰਸ਼ਾ ਸੀ, ਜੋ ਉਸ ਦੇ ਮੋਢਿਆਂ ਤੋਂ ਵੀ ਉੱਚਾ ਸੀ। ਉਸ ਦੇ ਬਰਸ਼ੇ ਦਾ ਫਲ ਜਲਾਹੇ ਦੀ ਤੁਰ ਵਰਗਾ ਸੀ, ਜਿਸ ਦਾ ਭਾਰ ਕੋਈ 7 ਕਿਲੋ ਸੀ। ਗੋਲਿਅਥ ਨੇ ਖੜੇ ਹੋ ਕੇ ਇਜ਼ਰਾਈਲੀ ਸੈਨਾ ਨੂੰ ਲਲਕਾਰ ਕੇ ਕਿਹਾ, ਹੇ ਸਾਊਲ ਦੇ ਗੁਲਾਮੋ, ਤੁਸੀਂ ਇੱਥੇ ਖੜੇ ਕੀ ਕਰ ਰਹੇ ਹੋ? ਕੀ ਤੁਸੀਂ ਲੜਨ ਲਈ ਆਏ ਹੋ? ਕੀ ਮੈਂ ਫਿਲਸਤੀ ਨਹੀਂ ਹਾਂ? ਤੁਸੀਂ ਆਪਣੇ ਵਿੱਚੋਂ ਕਿਸੇ ਇੱਕ ਨੂੰ ਚੁਣੋ ਜੋ ਮੇਰੇ ਨਾਲ ਆ ਕੇ ਲੜੇ। ਜੇਕਰ ਤੁਹਾਡਾ ਆਦਮੀ ਮੇਰੇ ਨਾਲ ਲੜ ਕੇ ਮੈਨੂੰ ਮਾਰ ਦੇਵੇ ਤਾਂ ਅਸੀਂ ਤੁਹਾਡੇ ਗੁਲਾਮ ਹੋ ਜਾਵਾਂਗੇ, ਪਰ ਜੇਕਰ ਮੈਂ ਉਸ ਨੂੰ ਲੜ ਕੇ ਮਾਰ ਦੇਵਾਂ ਤਾਂ ਤੁਸੀਂ ਸਾਡੇ ਗੁਲਾਮ ਹੋ ਜਾਵੋਗੇ। ਸੋ ਮੈਂ ਇੱਥੇ ਖੜਾ ਹੋ ਕੇ ਇਜ਼ਰਾਈਲੀ ਸੈਨਾ ਨੂੰ ਲਲਕਾਰ ਰਿਹਾ ਹਾਂ। ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਕਿਸੇ ਨੂੰ ਚੁਣ ਕੇ ਮੇਰੇ ਨਾਲ ਲੜਨ ਘੱਲੋ। ਪਰ ਸਾਊਲ ਅਤੇ ਉਸਦੇ ਆਦਮੀ ਇਹ ਸੁਣ ਕੇ ਦਿਲ ਛੱਡ ਬੈਠੇ ਅਤੇ ਭੈਭੀਤ ਹੋ ਗਏ। ਸੁਣ ਕੇ ਉਹ ਦਿਲ ਛੱਡ ਬੈਠੇ ਤੇ ਭੈਭੀਤ ਹੋ ਗਏ। ਕਿਉਂ? ਉਹ ਕੀ ਦੇਖਦੇ ਪਏ? ਉਹ ਦੇਖਦੇ ਪਏ ਕਿ ਸਾਹਮਣੇ 12 ਫੁੱਟ ਲੰਬਾ ਉੱਚਾ ਬੰਦਾ ਹੈ ਔਰ ਜਿੰਨਾ ਸਾਡੀ ਜਿੱਦਾਂ ਕਿ ਸਾਰਾ ਕੁਝ ਜੋ ਕੁਝ ਅਸੀਂ ਪਾਇਆ, ਜਿੰਨਾ ਉਹਦਾ ਵੇਟ ਆ, ਉਹਦੇ ਹੱਥ ਦੇ ਵਿੱਚ ਜਿਹੜਾ ਬਰਛਾ ਫੜਿਆ ਉਹਦਾ ਇਕੱਲੇ ਦਾ ਉਹਨਾਂ ਉਹਦੀ ਢਾਲ ਵੀ ਜਿਹੜਾ ਹੈਗਾ ਕਿ ਉਹ ਇੰਨੀ ਭਾਰੀ ਹੈ ਕਿ ਇੱਕ ਨੌਕਰ ਮੂਹਰੇ ਚੁੱਕ ਕੇ ਲੈ ਕੇ ਤੁਰਦਾ ਹੈ। ਉਹਨੂੰ ਹੌਸਲੇ ਦੇਣੀ ਆ ਜਿਸਲੇ ਉਹ ਜੰਗ 'ਚ ਜਾਂਦਾ। ਇੱਕ ਬੰਦੇ ਦੇ ਹਥਿਆਰਾਂ ਦੇ ਚੁੱਕਣ ਦੇ ਲਈ ਉਹਦੇ ਸੇਵਾਦਾਰ। ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਿ ਐਡੇ ਬੰਦੇ ਦੇ ਨਾਲ ਕੌਣ ਲੜੇਗਾ? ਸਾਡਾ ਤਾਂ ਵੱਧ ਤੋਂ ਵੱਧ ਗੱਭਰੂ ਓਡਾ ਜਿੱਡੀ ਇੱਕ ਲੱਤ। ਸੋ ਉਹ ਸਾਰੇ ਉਹਦਾ ਸਾਈਜ਼ ਦੇਖਦੇ ਪਏ, ਉਹਦੇ ਬਾਹਰਲੇ ਹਥਿਆਰ ਦੇਖਦੇ ਪਏ, ਉਹਦੀ ਗਰਜ ਸੁਣਦੇ ਪਏ ਔਰ ਉਹਨਾਂ ਨੂੰ ਤਰ੍ਹਾਂ ਦੇ ਨਾਲ ਐਵਰੀਡੇ ਆ ਕੇ ਸਤਾਉਂਦਾ ਰਿਹਾ 40 ਦਿਨਾਂ ਤੱਕ। ਅਸੀਂ ਗਾਂ ਸਾਰਾ ਨਹੀਂ ਪੜਾਂਗੇ ਇਸ ਨੂੰ, ਲੇਕਿਨ ਅਸੀਂ ਇਸ ਨੂੰ ਇੱਥੇ ਇਹ ਦੇਖਾਂਗੇ ਕਿ ਜਿਹੜਾ ਦਾਊਦ ਆ, ਉਹਦੇ ਬਾਪ ਨੇ ਉਸ ਨੂੰ ਘੱਲਿਆ ਕਿ ਤੂੰ ਆਪਣੇ ਭਰਾਵਾਂ ਨੂੰ ਦੇਖ ਕੇ ਆ, ਕਿਉਂਕਿ ਉਹਦੇ ਭਰਾ ਵੀ ਜੰਗ ਦੇ ਵਿੱਚ ਆਏ ਹੋ। ਉਹਨਾਂ ਨੂੰ ਜਾ ਕੇ ਖਾਣ ਨੂੰ ਦੇ ਕੇ ਆ। ਸੋ ਬਾਪ ਨੇ ਜੋ ਕੁਛ ਵੀ ਉਹਦੇ ਲਈ ਚੀਜ਼ ਇਕੱਠੀ ਕੀਤੀ, ਦੁੱਧ ਦਿੱਤਾ, ਰੋਟੀਆਂ ਦਿੱਤੀਆਂ, ਜਾ ਕੇ ਤੂੰ ਉਹਨਾਂ ਨੂੰ ਦੇ ਕੇ ਆ। ਪਰ ਜਿਸਲੇ ਭਰਾਵਾਂ ਨੇ ਉਹ ਆਇਆ ਤੇ ਉਸਨੇ ਉਸ ਵੇਲੇ ਉਹ ਬਾਹਰ ਖੜਾ ਹੋ ਕੇ ਗਰਜਦਾ ਪਿਆ ਸੀ। ਕੀ ਸੇਮ ਚੀਜ਼ਾਂ ਉਹ ਕਹਿ ਰਿਹਾ ਸੀ? ਤੁਹਾਡੇ ਵਿੱਚ ਕੋਈ ਹੈ ਤੇ ਆ ਕੇ ਮੇਰੇ ਨਾਲ ਲੜੇ, ਆ ਕੇ ਮੇਰੇ ਨਾਲ ਲੜੇ।
ਔਰ ਇਸੇ ਤਰ੍ਹਾਂ ਜਿਹੜੇ ਉਸਨੇ ਰਾਜੇ ਨੇ ਵੀ ਇਨਾਮ ਰੱਖ ਦਿੱਤਾ ਕਿ ਜਿਹੜਾ ਇਹਨੂੰ ਮਾਰੇਗਾ, ਸਾਊਲ ਨੇ ਇਨਾਮ ਰੱਖ ਦਿੱਤਾ, ਮੈਂ ਆਪਣੀ ਵੱਡੀ ਧੀ ਉਹਦੇ ਨਾਲ ਵਿਆਹੂੰਗਾ ਔਰ ਪਲੱਸ ਉਹਦੇ ਘਰ ਵਾਲਿਆਂ ਤੋਂ ਕੋਈ ਟੈਕਸ, ਉਮਰ ਭਰ ਕੋਈ ਟੈਕਸ ਨਹੀਂ ਲਿਆ ਜਾਏ, ਟੈਕਸ ਫ੍ਰੀ ਹੋ ਰਹਿਣ। ਔਰ ਦਾਊਦ ਉਹ ਸਾਰੀਆਂ ਚੀਜ਼ਾਂ ਪੁੱਛਦਾ ਪਿਆ, ਲੇਕਿਨ ਦੂਸਰੇ ਪਾਸੇ ਜਿਹੜੇ ਉਸਦੇ ਆਪਣੇ ਭਰਾ ਆ ਉਹ ਦਾਊਦ ਨੂੰ ਨਿੰਦਦੇ ਪਏ ਆ। ਮੇਰੇ ਨਾਲ 28 ਆਇਤ ਦੇ ਵਿੱਚ ਆ ਜਾਓ ਇਸੇ ਦੀ, ਔਰ 28 ਤੋਂ ਲੈ ਕੇ ਅਸੀਂ ਇਸ ਨੂੰ 32 ਤੱਕ ਅਸੀਂ ਦੇਖਾਂ, 28 ਤੋਂ 32 ਤੱਕ, ਜਿਸ ਨੂੰ ਦਾਊਦ ਦੇ ਵੱਡੇ ਭਰਾ ਅਲੀਆਬ ਨੇ ਉਸ ਨੂੰ ਕਿਹਾ, ਤੂੰ ਇੱਥੇ ਕੀ ਕਰ ਰਿਹਾ ਹੈ? ਤੂੰ ਉਹ ਥੋੜੀਆਂ ਜਿਹੀਆਂ ਭੇਡਾਂ ਕਿਸ ਦੀ ਦੇਖਭਾਲ ਵਿੱਚ ਛੱਡ ਕੇ ਆਇਆ ਹੈ? ਮੈਂ ਤੇਰੇ ਮਨ ਦੇ ਅੰਦਰ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਤੂੰ ਇੱਥੇ ਕੇਵਲ ਲੜਾਈ ਦੇਖਣ ਆਇਆ ਹੈ। ਦਾਊਦ ਨੇ ਆਪਣੇ ਭਰਾ ਨੂੰ ਉੱਤਰ ਦਿੱਤਾ, ਕਿ ਮੈਂ ਕਿਸੇ ਤੋਂ ਕੁਝ ਪੁੱਛ ਵੀ ਨਹੀਂ ਸਕਦਾ ਹਾਂ। ਸੋ ਉਸਨੇ ਕਿਸੇ ਹੋਰ ਆਦਮੀ ਤੋਂ ਪਹਿਲੇ ਵਾਲੀ ਗੱਲ ਹੀ ਪੁੱਛੀ, ਜਿਸ ਤੇ ਉਹਨੂੰ ਪਹਿਲੇ ਵਾਲਾ ਹੀ ਉੱਤਰ ਦਿੱਤਾ। ਕਿਸੇ ਸੁਣਨ ਵਾਲੇ ਨੇ ਦਾਊਦ ਬਾਰੇ ਸਾਊਲ ਨੂੰ ਜਾ ਕੇ ਦੱਸਿਆ ਕਿ ਉਹ ਕੀ ਕਹਿੰਦਾ ਹੈ। ਸਾਊਲ ਨੇ ਤੁਰੰਤ ਉਸ ਨੂੰ ਸੱਦਿਆ। ਦਾਊਦ ਨੇ ਸਾਊਲ ਨੂੰ ਕਿਹਾ, ਮਹਾਰਾਜ, ਸਾਡੇ ਵਿੱਚੋਂ ਕਿਸੇ ਨੂੰ ਡਰਨਾ ਨਹੀਂ ਚਾਹੀਦਾ ਹੈ, ਮੈਂ ਜਾ ਕੇ ਉਸ ਫਲਿਸਤੀ ਨਾਲ ਲੜਾਂਗਾ। ਇੱਥੇ ਤੱਕ ਅੱਗੇ ਵੀ ਤੁਸੀਂ ਪੜ੍ਹੋ, ਸਟੇ ਰੈਡੀ। ਇੱਥੇ ਹੁਣ ਅਸੀਂ ਇਹ ਦੇਖਦੇ ਪਏ ਹਾਂ ਕਿ ਇਸ ਬੰਦੇ ਨੂੰ ਕਿੰਨਾ ਕੌਨਫੀਡੈਂਸ, ਉਸਨੇ ਉਸਦੀ ਗਰਜ ਸੁਣੀ ਹੈ ਔਰ ਉਹ ਲੋਕਾਂ ਨੂੰ ਇਹ ਪੁੱਛਦਾ ਪਿਆ ਵੀ ਇਹਨੂੰ ਮਾਰਨ ਵਾਲੇ ਨੂੰ ਮਿਲੇਗਾ ਕੀ। ਯਾਨੀ ਕਿ ਉਹ ਵੀ ਉਹੀ 12 ਫੁੱਟ ਬੰਦਾ, ਹਥਿਆਰਾਂ ਦੇ ਨਾਲ ਲੈਸ, ਔਰ ਇੱਕ ਵਾਰ ਹਾਰਡਨ ਜਿਹੜਾ ਸਾਰੀ ਉਮਰ ਜਿਹਨੇ ਜੰਗਾਂ ਕੀਤੀਆਂ ਔਰ ਜੰਗਾਂ ਨੇ ਜਿਹਨੂੰ ਬਣਾਇਆ ਆ, ਉਸ ਬੰਦੇ ਵੱਲ ਦੇਖਦਾ ਪਿਆ ਔਰ ਉਹਨੂੰ ਕੋਈ ਡਰ ਨਹੀਂ। ਲੇਕਿਨ ਫੌਜ ਦੇ ਬਾਕੀ ਬੰਦੇ ਵੀ ਉਸੇ ਬੰਦੇ ਨੂੰ ਦੇਖਦੇ ਪਏ ਆ ਔਰ ਉਹਨਾਂ ਨੂੰ ਡਰ। ਫਰਕ ਕੀ? ਪਰਮੇਸ਼ਵਰ ਦਾ ਸੱਚ ਦਾ ਕਮਰਬੰਦ ਇਹਨੇ ਪਾਇਆ ਕਿ ਪ੍ਰਭੂ ਦੇ ਲਈ ਕੋਈ ਚੀਜ਼ ਔਖੀ ਨਹੀਂ। ਸਾਡੀ ਜਿਹੜੀ ਜੰਗ ਆ ਉਹ ਸਾਡੇ ਸੱਚ ਤੇ ਡਰ ਦੇ ਵਿੱਚ, ਕਿ ਅਸੀਂ ਡਰਦੇ ਹਾਂ ਛੋਟੀ ਤੋਂ ਛੋਟੀ ਘਰ ਦੀ ਪ੍ਰੋਬਲਮ ਔਰ ਵੱਡੀ ਤੋਂ ਵੱਡੀ ਪ੍ਰੋਬਲਮ, ਸੱਚ ਤੇ ਡਰ ਦੇ ਵਿੱਚ। ਔਰ ਉਹ ਐਨਮੀ ਦਾ ਝੂਠ ਹਰੇਕ ਵਿੱਚ, ਸ਼ੈਤਾਨ ਦਾ ਝੂਠ, ਸੱਚ, ਡਰ ਤੇ ਝੂਠ। ਅਸੀਂ ਉਹਦੇ ਝੂਠ ਨੂੰ ਮੰਨਦੇ ਪਏ ਹਾਂ ਜਾਂ ਅਸੀਂ ਪ੍ਰਭੂ ਦੇ ਸੱਚ ਨੂੰ ਮੰਨਦੇ ਪਏ। ਔਰ ਜਿਹੜਾ ਸਾਡਾ ਵਿਸ਼ਵਾਸ ਆ, ਜਿਸ ਤਰ੍ਹਾਂ ਅਸੀਂ ਪਹਿਲਾਂ ਦੇਖਿਆ ਕਿ ਸਾਡਾ ਤਾਂ ਵਿਸ਼ਵਾਸ ਸ਼ੁਰੂ ਹੀ ਕਿੰਤੂ ਪਰੰਤੂ ਤੋਂ ਹੁੰਦਾ। ਅਸੀਂ ਉਹ ਕਿੰਤੂ ਪਰੰਤੂ ਜਿਸ ਲਈ ਪਰਾਂ ਰੱਖ ਦਿੰਦੇ ਹਾਂ ਤਾਂ ਉੱਥੋਂ ਤੇ ਸਾਡਾ ਵਿਸ਼ਵਾਸ ਸ਼ੁਰੂ ਹੁੰਦਾ। ਉਸ ਤੋਂ ਬਾਅਦ ਵੀ ਜਿਹੜੇ ਪ੍ਰਭੂ ਦੇ ਸਾਰੇ ਵਾਅਦੇ ਆ ਉਹ ਸੱਚੇ ਆ ਕਿ ਨਹੀਂ, ਸਾਨੂੰ ਉਹ ਦੇਖਣ ਦੀ ਲੋੜ। ਜਿਸ ਪ੍ਰਭੂ ਨੇ ਕਿਹਾ, ਮੈਂ ਤੁਹਾਨੂੰ ਕਦੀ ਨਹੀਂ ਛੱਡੂਗਾ, ਮੈਂ ਹਮੇਸ਼ਾ ਤੁਹਾਡੇ ਨਾਲ ਰਹੂੰਗਾ, ਮੈਂ ਤੁਹਾਨੂੰ ਕਦੀ ਅਨਾਥ ਨਹੀਂ ਛੱਡੂਗਾ। ਔਰ ਉਹ ਬੰਦੇ ਨੂੰ ਇਸ ਚੀਜ਼ ਦਾ ਵਿਸ਼ਵਾਸ ਹੈ, ਮੈਂ ਅਨਾਥ ਨਹੀਂ, ਮੇਰਾ ਪ੍ਰਭੂ ਮੇਰੇ ਨਾਲ। ਉਸਨੂੰ ਆਪਣੇ ਤੇ ਵਿਸ਼ਵਾਸ ਨਹੀਂ ਗਾ, ਉਸਨੂੰ ਆਪਣੇ ਪ੍ਰਭੂ ਤੇ ਵਿਸ਼ਵਾਸ। ਸੋ ਸਵਾਲ ਇੱਕ ਹੈਗਾ ਜਿਹਨੂੰ ਬਾਕੀ ਦੀ ਸਾਰੀ ਫੌਜ ਨਹੀਂ ਸੁਣਦੀ ਪਈ। ਸਾਊਲ ਨੂੰ ਰਾਜਾ ਹੀ ਇਸ ਕਰਕੇ ਬਣਾਇਆ ਗਿਆ ਸੀ ਕਿ ਉਹ ਬਾਕੀਆਂ ਦੇ ਨਾਲੋਂ ਇੱਕ ਗੱਠ ਉੱਚਾ ਸੀਗਾ, ਉਹਦਾ ਕੱਦ ਇੱਕ ਗਿੱਠ ਉੱਚਾ ਸੀ, ਉਹਨੂੰ ਰਾਜਾ ਤਦੇ ਬਣਾਇਆ ਗਿਆ ਸੀ। ਸੋ ਜਿਹੜਾ ਸਭ ਤੋਂ ਵੱਡਾ ਦੈਂਤ ਆਇਆ ਇਸ ਵੇਲੇ ਇਜ਼ਰਾਈਲੀਆਂ ਦੇ ਵਿੱਚ, ਉਹ ਸਾਊਲ ਆਪ ਆ। ਉਹ ਅੰਦਰ ਲੁਕ ਕੇ ਬੈਠਾ, ਸਾਊਲ ਦਾ ਮੁੰਡਾ ਆ, ਉਹ ਅੰਦਰ ਲੁਕ ਕੇ ਬੈਠਾ, ਜੋਨਾਥਨ ਅੰਦਰ ਲੁਕ ਕੇ ਬੈਠਾ। ਔਰ ਇਹ ਛੋਟੀ ਜੀ ਉਮਰ ਦਾ ਅਬਾਊਟ ਟੀਨੇਜਰ ਆ, ਤੇ ਇਹ ਪੁੱਛਦਾ ਪਿਆ ਕਿ ਇਹ ਕੀ ਆ, ਇਹ ਕੀ ਹੋ ਰਿਹਾ। ਇਹਨੂੰ ਇੰਨਾ, ਇਹਦੀ ਮਨ ਦੇ ਵਿੱਚ ਇੰਨਾ ਭਰੋਸਾ ਆਇਆ ਕਿੱਥੋਂ? ਦੱਸ ਸਕਦਾ?
ਇਹਦੇ ਮਨ ਦੇ ਵਿੱਚ ਕਿ ਪਰਮੇਸ਼ਵਰ ਮੇਰੇ ਨਾਲ ਆ, ਐਡਾ ਵੱਡਾ ਭਰੋਸਾ ਕਿੱਥੋਂ ਆਇਆ? ਓਕੇ, ਥੋੜਾ ਜਿਹਾ ਪਿੱਛੇ ਨੂੰ ਚੱਲੀਏ, ਥੋੜਾ ਜਿਹਾ ਪਿੱਛੇ ਨੂੰ ਚੱਲੀਏ। ਆਓ ਮੇਰੇ ਨਾਲ 15ਵੇਂ ਭਾਵ ਦੇ ਵਿੱਚ ਆਓ। ਸਾਊਲ ਨੇ 15ਵੇਂ ਭਾਵ ਦੇ ਵਿੱਚ ਪਰਮੇਸ਼ਵਰ ਦੀ ਆਗਿਆ ਨਹੀਂ ਮੰਨੀ ਔਰ ਉਸ ਨੂੰ ਪਰਮੇਸ਼ਵਰ ਨੇ ਨਿੰਦ ਦਿੱਤਾ। ਉਸ ਦਾ ਧਿਆਨ ਵੀ ਲੋਕ ਹੀ, ਧਿਆਨ ਉਹਦਾ ਵੀ ਲੋਕ ਹੀ। ਉਸਨੇ ਕਿਹਾ ਵੀ ਤੂੰ ਅਮਾਲੇਕੀਆਂ ਨੂੰ ਖਤਮ ਕਰਨਾ, ਕਿਉਂਕਿ ਜਿਸਲੇ ਮੂਸਾ ਆਪਣੇ ਲੋਕਾਂ ਨੂੰ ਲੈ ਕੇ ਆ ਰਿਹਾ ਸੀ, ਇਹਨਾਂ ਲੋਕਾਂ ਨੇ ਰਸਤੇ ਦੇ ਵਿੱਚ ਬਹੁਤ ਵੱਡੀ ਰੁਕਾਵਟ ਅੜਾਈ ਸੀ ਔਰ ਇਹਨਾਂ ਦੇ ਨਾਲ ਜੰਗ ਲੜਦੇ ਬਹੁਤ ਸਾਰੇ ਇਜ਼ਰਾਈਲੀ ਮਾਰੇ ਗਏ ਸੀ। ਸੋ ਹੁਣ ਤੂੰ ਇਹਨਾਂ ਨੂੰ ਰਹਿਣ ਨਹੀਂ ਦੇਣਾ, ਇਹਨਾਂ ਦਾ ਪਾਪ ਦਾ ਪਿਆਲਾ ਭਰ ਚੁੱਕਾ, ਇਹਨਾਂ ਤੇ ਕਿਸੇ ਨੂੰ ਰਹਿਣ ਨਹੀਂ ਦੇਣਾ। ਸਾਊਲ ਨੂੰ ਚੰਗੀਆਂ ਚੰਗੀਆਂ ਭੇਡਾਂ ਰੱਖ ਲਈਆਂ, ਚੰਗੇ ਚੰਗੇ ਲੋਕ ਰੱਖ ਲਏ, ਰਾਜਾ ਬਚਾ ਲਿਆ ਤੇ ਉਸ ਨੂੰ ਲੈ ਕੇ ਆਉਂਦਾ ਪਿਆ। ਤੇ ਉਸਲੇ ਪ੍ਰਭੂ ਦਾ ਵਚਨ ਉਸ ਨੂੰ ਕਿਹਾ, ਪ੍ਰਭੂ ਦਾ ਵਚਨ ਉਸ ਦੇ ਉੱਤੇ ਆਇਆ ਸੈਮੂਅਲ, ਕਹਿੰਦਾ ਤੂੰ ਆ ਕੀ ਕੀਤਾ? ਆਖਿਰ ਮੈਂ ਪ੍ਰਭੂ ਤੇਰੇ ਪਰਮੇਸ਼ਰ ਦੇ ਲਈ ਬਲੀ ਚੜਾਉਣ ਦੇ ਲਈ ਲੈ ਕੇ ਆਇਆ। ਕਹਿੰਦਾ ਪ੍ਰਭੂ ਨੂੰ ਬਲੀਆਂ ਕਿੱਥੇ ਪਸੰਦ ਆ? ਪ੍ਰਭੂ ਕੋ ਬਲੀਆਂ ਖਾਂਦਾ ਤੇਰੀਆਂ? ਉਹ ਤਾਂ ਤੇਰੇ ਆਪਣੇ ਮਨ ਦੀ ਹਾਲਤ ਦੱਸਣ ਨੂੰ ਤੂੰ ਬਲੀ ਦਿੰਦਾ ਹੈ। ਤੂੰ ਆਪਣੇ ਮਨ ਨੂੰ ਵਿਚਾਰਦਾ ਕਿ ਦੇਖ ਮੇਰੇ ਲਈ ਕੋਈ ਪ੍ਰਾਣੀ ਜਾਨ ਦੇ ਰਿਹਾ, ਤਾਂ ਕਿ ਤੇਰਾ ਅੰਦਰੋਂ ਤੇਰਾ ਅੰਦਰ ਡਰੇ, ਤੇਰਾ ਅੰਦਰ ਭੈ ਖਾਏ। ਤੂੰ ਅੰਦਰ ਦੇ ਦਰਵਾਜ਼ੇ ਨੂੰ ਖੋਲਣ ਦੇ ਲਈ ਬਲੀ ਦਿੰਦਾ, ਤੇਰਾ ਅੰਦਰ ਦਾ ਦਰਵਾਜ਼ਾ ਖੋਲਦਾ ਹੈ। ਪ੍ਰਭੂ ਬਲੀਆਂ ਦਾ ਨਹੀਂ ਚਾਹਵਾਨ, ਆਗਿਆਕਾਰੀ ਦਾ ਚਾਹਵਾਨ। ਸੋ ਐਨੀਵੇ ਉਸਨੇ ਕਹਿਤਾ ਕਿ ਮੈਂ, ਪ੍ਰਭੂ ਨੇ ਕਹਿਤਾ ਕਿ ਇਹਨੂੰ ਮੈਂ ਰਾਜਾ ਹੋਣ ਤੋਂ ਨਹੀਂ ਦਿੱਤਾ, ਮੇਰੇ ਲਈ ਜੱਸੀ ਦੇ ਘਰ ਜਾ। ਜਦ ਅਸੀਂ ਪੜ੍ਹਿਆ ਸੀ ਜੱਸੀ ਦੇ ਘਰ ਦੇ ਵਿੱਚੋਂ ਉਸਨੇ ਮੋਢੇ ਚੁਣੀ, ਜੱਸੀ ਦੇ ਘਰ ਜਾ। ਉਸਦੇ ਘਰ ਦੇ ਵਿੱਚ ਉਸਦਾ ਇੱਕ ਪੁੱਤਰ, ਉਹ ਆਇਆ, ਪੁੱਤਰ ਚੁਣਦਾ ਪਿਆ। ਉਸਨੇ ਕਿਹਾ ਕਿ ਆਪਣੇ ਪੁੱਤਰਾਂ ਨੂੰ ਬੁਲਾ। ਉਸਨੇ ਜਿਹੜੇ 7 ਪੁੱਤਰ ਸੀ ਉਹਨਾਂ ਨੂੰ ਬੁਲਾਇਆ ਔਰ ਸੈਮੂਅਲ ਨੇ ਪਹਿਲੇ ਦੇ ਕੋਲ ਗਿਆ। ਉਸਨੂੰ ਦੇਖਣ ਨੂੰ ਬਹੁਤ ਸੁੰਦਰ ਲੱਗਾ, ਨੌਜਵਾਨ ਲੱਗਾ, ਤਕੜਾ ਲੱਗਾ। ਪਰ ਪ੍ਰਭੂ ਨੇ ਕਿਹਾ ਇਹ ਨਹੀਂ, ਮੈਂ ਅੱਖਾਂ ਦੀ ਸੁੰਦਰਤਾ ਨਹੀਂ ਦੇਖਦਾ, ਤੇਰੇ ਮਨ ਦੀ ਸੁੰਦਰਤਾ ਨਹੀਂ ਮੈਂ ਦੇਖਦਾ ਪਿਆ, ਇਹ ਨਹੀਂ। ਫਿਰ ਉਹ ਦੂਜੇ ਦੇ ਸਾਹਮਣੇ ਗਿਆ, ਉਹ ਵੀ ਦੇਖਣ ਨੂੰ ਚੰਗਾ ਸੀ, ਵੀ ਇਹ ਰਾਜਿਆਂ ਵਰਗਾ ਲੱਗਦਾ ਸੀ। ਉਸਨੇ ਕਿਹਾ ਇਹ ਵੀ ਨਹੀਂ, ਇਹ ਤਾਂ ਉਹ ਸੱਤਾਂ ਦੇ ਸਾਹਮਣੇ ਨਹੀਂ ਨਿਕਲਿਆ। ਤਾਂ ਫਿਰ ਉਸਨੇ ਪੁੱਛਿਆ ਕਿ ਪ੍ਰਭੂ ਨੇ ਤੇ ਇਹਨਾਂ ਚ ਕੋਈ ਵੀ ਨਹੀਂ ਚੁਣਿਆ, ਤੇਰਾ ਕੋਈ ਹੋਰ ਵੀ ਪੁੱਤਰ ਹੈਗਾ? ਉਸਨੇ ਕਿਹਾ ਹੁਣ ਮੇਰੇ ਨਾਲ ਆਓ ਤੁਸੀਂ 8 ਆਇਤ ਤੋਂ 16ਵਾਂ ਭਾਵ 8ਵੀਂ ਆਇਤ ਔਰ 8 ਤੋਂ ਲੈ ਕੇ ਅਸੀਂ ਇਸ ਨੂੰ 13 ਆਇਤ ਤੱਕ ਦੇਖਾਂਗੇ, ਜਿਸ ਨੂੰ ਮਿਲ ਜਾਏ। ਪੰਨਾ ਹੈ 416। ਮੈਂ ਪੜ੍ਹਦੀ ਨਹੀਂ ਬਸ ਜੀ। ਗੋ ਹੈਡ ਮੇਰੇ। ਤਦ ਜੱਸੀ ਨੇ ਆਪਣੇ ਪੁੱਤਰ ਅਬੀਨਾਦਾਬ ਨੂੰ ਸੈਮੂਅਲ ਦੇ ਅੱਗੇ ਕੀਤਾ, ਪਰ ਸੈਮੂਅਲ ਨੇ ਕਿਹਾ ਨਹੀਂ, ਪ੍ਰਭੂ ਨੇ ਇਸ ਨੂੰ ਨਹੀਂ ਚੁਣਿਆ। ਸੋ ਜੱਸੀ ਨੇ ਆਪਣੇ ਅਗਲੇ ਪੁੱਤਰ ਸਮਾ ਨੂੰ ਅੱਗੇ ਕੀਤਾ, ਪਰ ਸੈਮੂਅਲ ਨੇ ਉੱਤਰ ਦਿੱਤਾ ਨਹੀਂ, ਪ੍ਰਭੂ ਨੇ ਇਸ ਨੂੰ ਵੀ ਨਹੀਂ ਚੁਣਿਆ। ਅੰਤ ਜੱਸੀ ਨੇ ਆਪਣੇ 7 ਪੁੱਤਰ ਸੈਮੂਅਲ ਸਾਹਮਣੇ ਪੇਸ਼ ਕੀਤੇ, ਪਰ ਉਸਨੇ ਕਿਹਾ ਇਹਨਾਂ ਵਿੱਚੋਂ ਕਿਸੇ ਨੂੰ ਵੀ ਪ੍ਰਭੂ ਨੇ ਨਹੀਂ ਚੁਣਿਆ ਹੈ। ਤਦ ਸੈਮੂਅਲ ਨੇ ਜੱਸੀ ਤੋਂ ਪੁੱਛਿਆ ਕਿ ਤੇਰਾ ਹੋਰ ਕੋਈ ਪੁੱਤਰ ਹੈ? ਜੱਸੀ ਨੇ ਉੱਤਰ ਦਿੱਤਾ ਹਾਂ, ਇੱਕ ਸਭ ਤੋਂ ਛੋਟਾ ਹੈ, ਪਰ ਉਹ ਭੇਡਾਂ ਦੀ ਰਖਵਾਲੀ ਕਰ ਰਿਹਾ ਹੈ। ਸੈਮੂਅਲ ਨੇ ਕਿਹਾ ਉਸ ਨੂੰ ਤੁਰੰਤ ਸੱਦ, ਕਿਉਂਕਿ ਜਦੋਂ ਤੱਕ ਉਹ ਆ ਨਹੀਂ ਜਾਵੇਗਾ ਅਸੀਂ ਬੈਠਾਂਗੇ ਨਹੀਂ। ਸੋ ਜੱਸੀ ਨੇ ਆਪਣੇ ਛੋਟੇ ਪੁੱਤਰ ਨੂੰ ਸੱਦਣ ਲਈ ਘੱਲਿਆ। ਉਹ ਬਹੁਤ ਸੁੰਦਰ ਅਤੇ ਸਿਹਤਮੰਦ ਸੀ, ਉਸ ਦੀਆਂ ਅੱਖਾਂ ਵਿੱਚ ਚਮਕ ਸੀ। ਪ੍ਰਭੂ ਨੇ ਸੈਮੂਅਲ ਨੂੰ ਕਿਹਾ ਇਹੀ ਹੈ, ਇਸ ਦਾ ਅਭਿਸ਼ੇਕ ਕਰ। ਸੈਮੂਅਲ ਨੇ ਤੁਰੰਤ ਆਪਣੀ ਜੈਤੂਨ ਦੀ ਤੇਲ ਦੀ ਕੁੱਪੀ ਲਈ ਅਤੇ ਜੱਸੀ ਦੇ ਸਭ ਤੋਂ ਛੋਟੇ ਪੁੱਤਰ ਦਾਊਦ ਦਾ ਅਭਿਸ਼ੇਕ ਉਸਦੇ ਭਰਾਵਾਂ ਦੇ ਸਾਹਮਣੇ ਕੀਤਾ। ਪ੍ਰਭੂ ਦਾ ਆਤਮਾ ਤੁਰੰਤ ਪੂਰੀ ਸ਼ਕਤੀ ਨਾਲ ਦਾਊਦ ਉੱਤੇ ਉਤਰ ਆਇਆ ਅਤੇ ਉਸ ਦਿਨ ਤੋਂ ਉਹ ਉਸ ਦੇ ਨਾਲ ਰਿਹਾ। ਇਹ ਕੰਮ ਕਰਕੇ ਸੈਮੂਅਲ ਉੱਥੋਂ ਰਮਾ ਨੂੰ ਚਲਾ ਗਿਆ। 14ਵੀਂ ਆਇਤ ਵੀ ਪੜ੍ਹ ਦਿਓ ਪੈ। ਦਾਊਦ ਦਾ ਸਾਊਲ ਦੇ ਕੋਲ ਜਾਣਾ। ਤਦ ਸਾਊਲ ਨੂੰ ਪ੍ਰਭੂ ਦੇ ਆਤਮਾ ਨੇ ਛੱਡ ਦਿੱਤਾ ਅਤੇ ਉਸ ਦੀ ਥਾਂ ਪ੍ਰਭੂ ਨੇ ਇੱਕ ਦੁਸ਼ਟ ਆਤਮਾ ਉਸ ਉੱਤੇ ਘੱਲ ਦਿੱਤਾ ਜੋ ਉਸ ਨੂੰ ਸਤਾਉਂਦਾ ਸੀ। ਸੋ ਹੁਣ ਕੀ ਅਸੀਂ ਫਰਕ ਕੀ ਦੇਖਦੇ ਪਏ
ਕਿਉਂ ਇੱਕ ਪਾਸੇ ਡਰ ਹੈ ਤੇ ਦੂਜੇ ਪਾਸੇ ਡਰ ਨਹੀਂ। ਹੁਣ ਸਾਊਲ ਦੇ ਮੋਹਰੇ ਵੀ ਉਹੀ ਬੰਦਾ ਜਿਸ ਲਈ ਅਸੀਂ ਦੇਖਦੇ ਪਏ ਸੀਗੇ ਕਿ ਉਹ ਜਿਹੜਾ ਬੰਦਾ ਉਸਦੇ ਕਹੇ ਦਾ ਉਸਦਾ ਕੱਦ 3 ਮੀਟਰ ਉੱਚਾ ਸੀ, ਉਹਨੇ ਕਹੇ ਦਾ ਸੰਜੋਗ ਪਹਿਨੀ ਹੋਈ ਸੀ ਜਿਸ ਦਾ ਭਾਰ ਕੋਈ 57 ਕਿਲੋ ਸੀ। 57 ਕਿਲੋ ਦਾ ਸੰਜੋਆ ਉਸ ਬੰਦੇ ਨੇ ਪਹਿਨਿਆ ਆ। ਉਸਦੇ ਸਿਰ ਉੱਤੇ ਲੋਹੇ ਦਾ ਟੋਪ ਸੀ, ਉਹਦੀਆਂ ਦੋਹੇ ਲੱਤਾਂ ਕਹੇ ਦੇ ਕਬਜ਼ ਦੇ ਨਾਲ ਢੱਕੀਆਂ ਹੋਈਆਂ ਸੀ ਅਤੇ ਉਸਦੇ ਹੱਥ ਦੇ ਵਿੱਚ ਕਹੇ ਦਾ ਬਣਿਆ ਵਰਛਾ ਸੀ, ਉਸਦੇ ਜੋ ਉਸਦੇ ਮੋਢਿਆਂ ਤੋਂ ਵੀ ਉੱਚਾ ਸੀ। ਯਾਨੀ ਕਿ 12 ਫੁੱਟ ਤਾਂ ਉਹ ਆਪ ਆ, 1 ਫੁੱਟ ਹੋਰ ਲਾਓ 13 ਫੁੱਟ ਤਾਂ ਕਹਿ ਸਕਦੇ ਹਾਂ, ਘੱਟ ਤੋਂ ਘੱਟ। ਯਾਨੀ ਕਿ ਜਿਸ ਲਈ ਉਹ ਉਸਨੂੰ ਘੁਮਾਉਂਦਾ 13 ਫੁੱਟ ਆਲੇ ਦੁਆਲੇ ਉਹਦੇ ਕੋਲ ਲਾਗੇ ਨਹੀਂ ਆ ਸਕਦਾ। ਤੀਨ ਤੂਰ ਕੁਛ ਕਰ ਨਹੀਂ ਸਕਦੇ ਕਿਉਂਕਿ ਉਹ ਜਿਹੜਾ ਉਹਦੇ ਸਾਰੀ ਸਰੀਰ ਤੇ ਜਿਹੜੀ ਸੰਜੋਗ ਪਹਿਨੀ ਹੋਆ ਉਸਨੇ, ਉਸਨੂੰ ਚੀਜ਼ ਨੂੰ ਕੋਈ ਪੈਨੇਟ੍ਰੇਟ ਨਹੀਂ ਕਰ ਸਕਦਾ। ਸਿਰ ਦੇ ਉੱਤੇ ਉਸਨੇ ਲੋਹੇ ਦਾ ਟੋਪ ਪਾਇਆ ਹੈ। ਸੋ ਬੇਸਿਕਲੀ ਉਸਦੀਆਂ ਅੱਖਾਂ ਦਿਖਾਈ ਦਿੰਦੀਆਂ ਪਈਆਂ, ਬਾਕੀ ਸਭ ਢੱਕਿਆ ਹੈ। ਔਰ ਉਸਦੇ ਵਿੱਚ ਕੀ ਲਿਖਿਆ, ਕਹਿੰਦਾ ਕਿ ਜਿਸ ਦਾ ਭਾਰ ਕੋਈ 7 ਕਿਲੋ ਸੀ ਔਰ ਉਹ ਖੜਾ ਹੋ ਕੇ ਗਰਜਦਾ ਪਿਆ। ਕੋਈ ਹੈ? ਸਾਊਲ ਦੇ ਮੋਹਰੇ ਵੀ ਉਹੀ ਹੈ, ਦਾਊਦ ਦੇ ਮੋਹਰੇ ਵੀ ਉਹੀ, ਇੱਕੋ ਹੀ ਬੰਦਾ ਹੈ, ਫਰਕ ਨਹੀਂ ਹੋਇਆ। ਇੱਕ ਦੇ ਕੋਲ ਪਵਿੱਤਰ ਆਤਮਾ ਔਰ ਦੂਸਰੇ ਦੇ ਕੋਲ ਕਿਹੜੀ ਆਤਮਾ? ਬੁਰੀ ਆਤਮਾ ਜੋ ਉਸਨੂੰ ਸਤਾਉਂਦੀ ਹੈ ਔਰ ਇੱਥੇ ਉਸਨੂੰ ਡਰਾਉਂਦੀ ਹੈ। ਇਹ ਜਿਹੜੀਆਂ ਦੋ ਚੀਜ਼ਾਂ ਕਿ ਪ੍ਰਭੂ ਦਾ ਸੰਜੋਆ ਜਿਹੜਾ ਦਾਊਦ ਨੇ ਹੁਣ ਪਹਿਨਿਆ ਆ, ਔਰ ਜਿਹੜਾ ਪ੍ਰਭੂ ਦਾ ਮੁਕਤੀ ਦਾ ਲੋਹ ਟੋਪ ਦਾਊਦ ਨੇ ਪਹਿਨਿਆ ਆ, ਜੋ ਪੈਰਾਂ ਦੇ ਵਿੱਚ ਜੁੱਤੀ ਉਸਨੇ ਦਾਊਦ ਨੇ ਪਾਈ ਹੈ, ਜੋ ਅਸੀਂ ਅਗਲੇ ਦਿਨਾਂ ਦੇ ਵਿੱਚ ਹੋਰ ਥੋੜਾ ਜਿਹਾ ਇਸਨੂੰ ਖੋਲ ਕੇ ਦੇਖਾਂਗੇ। ਅਸੀਂ ਹਾਲੇ ਮੋਟੀ ਕਹਾਣੀ ਨੂੰ ਦੇਖਦੇ ਪਏ, ਲੇਕਿਨ ਇਸ ਨੂੰ ਚੰਗੀ ਤਰ੍ਹਾਂ ਖੋਲ ਕੇ ਦੇਖਾਂਗੇ ਕਿ ਉਹ ਜੋ ਕੁਛ ਉਸਨੇ ਪਾਇਆ ਆ ਉਸਦਾ ਮੁਕਾਬਲਾ ਹੈ ਨਹੀਂ। ਕਿਉਂਕਿ ਇੱਕ ਦੇ ਕੋਲ ਬੁਰੀ ਆਤਮਾ ਤੇ ਝੂਠ ਔਰ ਡਰ, ਦੂਸਰੇ ਦੇ ਕੋਲ ਪ੍ਰਭੂ ਦਾ ਆਤਮਾ ਹੈ। ਦੇਖੋ ਇਸਨੂੰ ਦੇਖੋ, ਇੱਕ ਦੇ ਕੋਲ ਬੁਰੀ ਆਤਮਾ, ਸਾਨੂੰ ਪ੍ਰਭੂ ਦਾ ਵਚਨ ਦੱਸਦਾ ਕਿ ਪ੍ਰਭੂ ਨੇ ਬੁਰੀ ਆਤਮਾ ਉਸ ਤੇ ਘੱਲੀ। Which is another subject to study ਕਿ ਬੁਰੀਆਂ ਆਤਮਾਵਾਂ ਕੀ ਸ਼ੈਤਾਨ ਦੇ ਥੱਲੇ ਆ? ਨਹੀਂ, ਪ੍ਰਭੂ ਦੇ ਥੱਲੇ। ਔਰ ਜਿਸ ਤੇ ਚਾਹੁੰਦਾ ਉਹਨਾਂ ਨੂੰ ਕਰੋ। ਬੁਰੀ ਇੱਕ ਦੇ ਕੋਲ ਬੁਰੀ ਆਤਮਾ ਜਿਸ ਦੇ ਨਾਲ ਡਰ ਜੁੜਿਆ, ਦੂਸਰੇ ਦੇ ਕੋਲ ਪ੍ਰਭੂ ਦਾ ਆਤਮਾ ਜੋ ਜਿਸ ਦੇ ਨਾਲ ਸੱਚ ਆ, ਔਰ ਉਹ ਸੱਚ ਪ੍ਰਭੂ ਦਾ ਸੱਚ ਆ ਸਾਰਾ। ਇੱਕ ਇਹ ਸਮਝਦਾ ਪਿਆ ਕਿ ਇਹ ਮੈਂ ਦੇ ਨਾਲ ਮੁਕਾਬਲਾ ਕਰਨ ਜਾ ਰਿਹਾ, ਦੂਜਾ ਇਹ ਸਮਝ ਰਿਹਾ ਕਿ ਮੈਂ ਮੁਕਾਬਲਾ ਨਹੀਂ ਕਰਨ ਜਾ ਰਿਹਾ। ਹੁਣ ਉਹਦੇ ਸ਼ਬਦਾਂ ਤੋਂ ਅਸੀਂ ਦੇਖਾਂਗੇ ਕਿ ਕਿਉਂ ਉਸਦਾ ਵਿਸ਼ਵਾਸ ਇੰਨਾ ਜ਼ਿਆਦਾ ਮਜ਼ਬੂਤ ਆ। ਅਸੀਂ 17ਵੇਂ ਭਾਗ ਦੇ ਵਿੱਚ ਆਉਂਦੇ ਹਾਂ, ਮੁੜ ਕੇ 31 ਆਇਤ ਤੋਂ ਲੈ ਕੇ 33 ਆਇਤ ਤੱਕ ਜਿਹੜਾ ਅਸੀਂ ਦੇਖਿਆ ਸੀ ਕਿ ਉਸਨੂੰ ਸਾਊਲ ਨੂੰ ਜਾ ਕੇ ਲੋਕਾਂ ਨੇ ਦੱਸਿਆ ਕਿ, ਔਰ ਉਹ ਜਾ ਕੇ ਕਹਿ ਰਿਹਾ, ਮਹਾਰਾਜ ਸਾਨੂੰ ਤਾਂ ਕਿਸੇ ਨੂੰ ਡਰਨਾ ਨਹੀਂ ਚਾਹੀਦਾ, ਸਾਰੀ ਫੌਜ ਡਰੀ ਪਈ ਹੈ। ਉਹ ਕਹਿ ਰਿਹਾ, ਮਹਾਰਾਜ ਸਾਡੇ ਤੋਂ ਕਿਸੇ ਨੂੰ ਡਰਨਾ ਨਹੀਂ ਚਾਹੀਦਾ, ਮੈਂ ਜਾਊਂਗਾ। ਸਾਊਲ ਨੇ ਸੋਚਿਆ ਕਿ ਉਹ ਬਹੁਤ ਤਕੜਾ ਬੰਦਾ ਹੋਏਗਾ ਜਿਹੜਾ ਇਹ ਚੀਜ਼ਾਂ ਪੁੱਛਦਾ ਪਿਆ। ਔਰ ਜਿਸ ਵੇਲੇ ਸਾਊਲ ਨੇ ਉਸਨੂੰ ਦੇਖਿਆ ਤੇ ਉਸਨੇ ਦਾਊਦ ਨੂੰ ਦੇਖੋ ਕੀ ਕਿਹਾ। ਕੋਈ ਜਾਣਾ 34 ਤੋਂ ਲੈ ਕੇ ਇਸ ਦੀ 37 ਆਇਤ ਤੱਕ ਪੜ੍ਹੇ। ਹਾਂਜੀ ਮੈਂ ਪੜ੍ਹ ਦਿੰਦੀ ਬਸ। ਹਾਂਜੀ। ਦਾਊਦ ਨੇ ਉੱਤਰ ਦਿੱਤਾ, ਮਹਾਰਾਜ ਤੇਰਾ ਇਹ ਦਾਸ ਆਪਣੇ ਪਿਤਾ ਦੀਆਂ ਭੇਡਾਂ ਦੀ ਰਖਵਾਲੀ ਕਰਦਾ ਹੈ। ਜਦੋਂ ਕਦੀ ਵੀ ਸ਼ੇਰ ਜਾਂ ਭਾਲੂ ਆ ਕੇ ਮੇਰੀ ਕਿਸੇ ਭੇਡ ਦੇ ਬੱਚੇ ਨੂੰ ਉਠਾ ਕੇ ਲੈ ਜਾਂਦਾ ਹੈ ਤਾਂ ਮੈਂ ਉਸ ਦਾ ਪਿੱਛਾ ਕਰਕੇ ਭੇਡ ਦੇ ਬੱਚੇ ਨੂੰ ਛੁਡਾ ਲੈਂਦਾ ਸਾਂ। ਜੇਕਰ ਸ਼ੇਰ ਜਾਂ ਭਾਲੂ ਮੇਰੇ ਉੱਤੇ ਵਾਰ ਕਰਦਾ ਤਾਂ ਮੈਂ ਉਸ ਦੇ ਜਬਾੜੇ ਨੂੰ ਫੜ ਕੇ ਉਸ ਨੂੰ 2 ਹਿੱਸਿਆਂ ਵਿੱਚ ਪਾੜ ਦਿੰਦਾ ਸਾਂ।
ਮੈਂ ਅੱਜ ਤੱਕ ਕਈ ਸ਼ੇਰ ਅਤੇ ਭਾਲੂ ਮਾਰੇ ਹਨ, ਤਾਂ ਫਿਰ ਇਹ ਅਧਰਮੀ ਫਲਿਸਤੀ ਉਸ ਦੇ ਸਾਹਮਣੇ ਕੀ ਹੈ ਜੋ ਜਿਉਂਦੇ ਪਰਮੇਸ਼ਰ ਦੀ ਸੈਨਾ ਨੂੰ ਵੰਗਾਰ ਰਿਹਾ ਹੈ। ਜਿਸ ਪ੍ਰਭੂ ਨੇ ਅੱਜ ਤੱਕ ਮੈਨੂੰ ਸ਼ੇਰਾਂ ਅਤੇ ਭਾਲੂਆਂ ਦੇ ਪੰਜਿਆਂ ਤੋਂ ਬਚਾਇਆ ਹੈ, ਉਹੀ ਮੈਨੂੰ ਇਸ ਫਲਿਸਤੀ ਤੋਂ ਵੀ ਬਚਾਏਗਾ। ਇੱਥੇ ਤੱਕ ਹੀ ਪੜ੍ਹਨਾ ਪਾਸਟਰ? ਸੋ ਉਹ ਦੇਖੋ ਉਸਦੀ ਉਹ ਕਿਹੜੀ ਚੀਜ਼ ਦੇਖ ਰਿਹਾ। ਉਹ ਕਹਿੰਦਾ ਕਿ ਮੈਂ ਭੇਡਾਂ ਦੀ ਰਾਖੀ ਕਰਦਾ। ਜਿਸ ਵੇਲੇ ਵੀ ਕੋਈ ਭੇਡ ਦਾ ਬੱਚਾ ਕੋਈ ਸ਼ੇਰ ਜਾਂ ਭਾਲੂ ਚੁੱਕ ਕੇ ਲੈ ਕੇ ਜਾਂਦਾ ਸੀ, ਮੈਂ ਉਸਦੇ ਪਿੱਛੇ ਜਾਂਦਾ। ਔਰ ਦੇਖੋ ਪ੍ਰਭੂ ਨੇ ਉਸਨੂੰ ਟ੍ਰੇਨਿੰਗ ਕਿੱਥੇ ਦਿੱਤੀ। ਇਹ ਐਸੀ ਗੱਲ ਨਹੀਂ ਅਨਟ੍ਰੇਨਡ ਨਹੀਂ, ਪ੍ਰਭੂ ਉਸਨੂੰ ਕਰ ਰਿਹਾ, ਉਹਨੂੰ ਟ੍ਰੇਨਿੰਗ ਦਿੱਤੀ ਹੈ ਪ੍ਰਭੂ। ਪ੍ਰਭੂ ਦੇ ਕੰਮ ਬੜੇ ਅਜੀਬ, ਬੜਾ ਮਹਾਨ। ਮੁਸੀਬਤ ਆ ਨਾ ਦੇਖੋ ਕਿੱਡੀ ਵੱਡੀ ਮੁਸੀਬਤ। ਮੁਸੀਬਤ ਦੇ ਵਿੱਚ ਆਪਣੀ ਸੱਚਾਈ ਉਨੀ ਕੀ ਆ ਜਿੰਨਾ ਸਾਹਮਣੇ ਖੜਾ ਇਹ 12 ਫੁੱਟ ਉੱਚਾ ਬੰਦਾ। ਪਰ ਯਾਦ ਰੱਖੋ ਇਹ ਵੀ ਇੱਕ ਸਾਹ ਦਾ ਹੀ ਬੰਦਾ, ਇਹ ਵੀ ਹਵਾ ਦਾ ਹੀ ਬੁਲਬੁਲਾ ਹੈ। ਔਰ ਇਸੇ ਤਰ੍ਹਾਂ ਹਰ ਮੁਸੀਬਤ ਹੈ ਜ਼ਿੰਦਗੀ ਦੀ। ਲੇਕਿਨ ਉਸਦੇ ਵੱਲ ਦੇਖੋ ਜੋ ਸਾਡੇ ਨਾਲ ਸੋ ਪ੍ਰਭੂ ਦਾ ਬੰਦਾ ਕੀ ਕਹਿ ਰਿਹਾ, ਕਹਿੰਦਾ ਦਾਊਦ ਨੇ ਉੱਤਰ ਦਿੱਤਾ, ਮਹਾਰਾਜ ਤੇਰਾ ਇਹ ਦਾਸ। ਸਾਊਲ ਨੇ 33ਵੀਂ ਆਇਤ ਦੇ ਵਿੱਚ ਉਸਨੂੰ ਕਿਹਾ, ਸਾਊਲ ਨੇ ਉੱਤਰ ਦਿੱਤਾ, ਨਹੀਂ ਤੂੰ ਉਸਦਾ ਮੁਕਾਬਲਾ ਨਹੀਂ ਕਰ ਸਕਦਾ, ਤੂੰ ਤਾਂ ਅਜੇ ਬਾਲਕਪਨ ਦੇ ਵਿੱਚ ਹੈ ਅਤੇ ਉਸ ਨੂੰ ਆਪਣੇ ਜੀਵਨ ਭਰ ਲੜਾਈ ਦਾ ਅਨੁਭਵ ਹੈ। ਸਾਰੀ ਜ਼ਿੰਦਗੀ ਉਸ ਬੰਦੇ ਨੇ ਜੰਗਾਂ ਲੜੀਆਂ, ਤੂੰ ਤਾਂ ਬੱਚਾ ਹੈ, ਤੂੰ ਕੀ ਲੜੇਗਾ। ਪਰ ਦਾਊਦ ਨੇ ਦੇਖੋ ਕੀ ਜਵਾਬ ਦਿੱਤਾ, ਕਹਿੰਦਾ ਦਾਊਦ ਨੇ ਉੱਤਰ ਦਿੱਤਾ, ਮਹਾਰਾਜ ਇਹ ਤੇਰਾ ਇਹ ਦਾਸ ਆਪਣੇ ਪਿਤਾ ਦੀਆਂ ਭੇਡਾਂ ਦੀ ਰਖਵਾਲੀ ਕਰਦਾ ਹੈ। ਜਦੋਂ ਕਦੀ ਵੀ ਸ਼ੇਰ ਜਾਂ ਭਾਲੂ ਆ ਕੇ ਮੇਰੀ ਭੇਡ ਦੇ ਬੱਚੇ ਨੂੰ ਉਠਾ ਕੇ ਲੈ ਜਾਂਦਾ ਤਾਂ ਮੈਂ ਉਸਦਾ ਪਿੱਛਾ ਕਰਕੇ ਭੇਡ ਦੇ ਬੱਚੇ ਨੂੰ ਛੁਡਾ ਲੈਂਦਾ ਸਾਂ। ਪਰ ਜੇਕਰ ਸ਼ੇਰ ਜਾਂ ਭਾਲੂ ਮੇਰੇ ਉੱਤੇ ਵਾਰ ਕਰਦਾ ਤੇ ਮੈਂ ਉਸਦੇ ਜਵਾੜੇ ਫੜ ਕੇ ਉਹਨਾਂ ਨੂੰ 2 ਹਿੱਸਿਆਂ ਦੇ ਵਿੱਚ ਪਾੜ ਸੁੱਟਦਾ ਸਾਂ। ਮੈਂ ਅੱਜ ਤੱਕ ਕਈ ਸ਼ੇਰ ਤੇ ਭਾਲੂ ਮਾਰੇ ਹਨ। ਤਾਂ ਫਿਰ ਇਹ ਅਧਰਮੀ ਫਿਲਿਸਤੀ, ਹੁਣ ਦੇਖੋ ਕੀ ਉਸਨੇ ਕਿਹਾ, ਇਹ ਅਧਰਮੀ ਫਿਲਿਸਤੀ ਉਸਦੇ ਸਾਹਮਣੇ ਕੀ ਹੈ। ਮੇਰੇ ਸਾਹਮਣੇ ਨਹੀਂ ਉਸਨੇ ਕਿਹਾ, ਸ਼ਬਦਾਵਲੀ ਦੇਖੋ ਜਿਹੜੇ ਸ਼ਬਦ ਉਹ ਯੂਜ਼ ਕਰਦਾ ਪਿਆ। ਕਹਿੰਦਾ ਮੈਂ ਅੱਜ ਤੱਕ ਕਈ ਸ਼ੇਰ ਭਾਲੂ ਮਾਰੇ ਹਨ ਤੇ ਇਹ ਅਧਰਮੀ ਫਿਲਿਸਤੀ ਉਸਦੇ ਸਾਹਮਣੇ ਕੀ ਹੈ ਜੋ ਜਿਉਂਦੇ ਪਰਮੇਸ਼ਰ ਦੀ ਸੈਨਾ ਨੂੰ ਵੰਗਾਰ ਰਿਹਾ। ਉਸਨੂੰ ਆਪਣੀ ਤਾਕਤ ਤੇ ਭਰੋਸਾ ਨਹੀਂ, ਪ੍ਰਭੂ ਤੇ ਭਰੋਸਾ ਹੈ। ਸੱਤ ਜਿਹੜਾ ਉਹਦੀ ਜ਼ਿੰਦਗੀ ਦੇ ਵਿੱਚ ਆ, ਸੱਤ ਦਾ ਜਿਹੜਾ ਉਹਨੇ ਕਮਰਬੰਦ ਬੰਨਿਆ ਹੈ, ਉਹ ਪ੍ਰਭੂ ਦੀ ਸੱਚਾਈ ਆ। ਅਸੀਂ ਪ੍ਰਭੂ ਦੀ ਸੱਚਾਈ ਔਰ ਪ੍ਰਭੂ ਦੇ ਵਾਅਦਿਆਂ ਦੇ ਵਿੱਚ ਆਪਣੇ ਆਪ ਨੂੰ ਲਪੇਟ ਕੇ ਲੈ ਕੇ ਜਾਂਦੇ ਹਾਂ, ਨਾ ਕਿ ਅਸੀਂ ਆਪ ਜਾਂਦੇ। ਮੈਂ ਨਹੀਂ ਜਾਂਦਾ, ਮੇਰਾ ਪ੍ਰਭੂ ਜਾਂਦਾ। ਇਹ ਅਧਰਮੀ ਕੀ ਆ ਜੋ ਜਿਉਂਦੇ ਪਰਮੇਸ਼ਰ ਦੀ ਸੈਨਾ ਨੂੰ ਵੰਗਾਰ ਰਿਹਾ ਹੈ। ਜਿਸ ਪ੍ਰਭੂ ਨੇ ਅੱਜ ਤੱਕ ਮੇਰੀ ਸ਼ੇਰਾਂ ਤੇ ਭਾਲੂਆਂ ਦੇ ਪੰਜਿਆਂ ਤੋਂ ਬਚਾਇਆ ਹੈ, ਉਹੀ ਮੈਨੂੰ ਇਸ ਫਿਲਿਸਤੀ ਤੋਂ ਵੀ ਬਚਾਏਗਾ। ਪਰਮੇਸ਼ਰ ਦਾ ਸੱਚ, ਸੱਤ ਦਾ ਕਮਰਬੰਦ, ਸੱਤ ਦਾ ਕਮਰਬੰਦ। ਔਰ ਸੱਚ ਤੋਂ ਪੈਦਾ ਹੁੰਦੀ ਧਾਰਮਿਕਤਾ। ਸੋ ਪਰਮੇਸ਼ਰ ਦੀ ਧਾਰਮਿਕਤਾ ਉਸਦੇ ਨਾਲ ਆਏ। ਸੰਜੋਆ ਉਸਨੇ ਵੀ ਪਾਇਆ ਤੇ ਸੰਜੋਆ ਇਸਨੇ ਵੀ ਪਾਇਆ। ਉਸਨੇ 57 ਕਿਲੋ ਕਹੇ ਦਾ ਪਾਇਆ ਹੈ, ਪਰ ਉਸਨੇ ਪ੍ਰਭੂ ਦੇ ਆਤਮਾ ਤੋਂ ਪਾਇਆ। ਉਹ ਇਹ ਸੋਚਦਾ ਕਿ ਮੈਨੂੰ ਮੇਰੇ ਸੰਜੋਗ ਦੇ ਪਿੱਛੇ ਕੋਈ ਮੈਨੂੰ ਕੁਛ ਕਰ ਨਹੀਂ ਸਕਦਾ। I mean, he's a big man, lost a real estate,
तीर तलवारां लगणियां ਉਹਦੇ ਸੌਖੀਆਂ ਹੈ, ਲੇਕਿਨ ਉਸਨੇ ਆਪਣੇ ਆਪ ਨੂੰ ਉਹਦੇ ਪਿੱਛੇ ਬਚਾਇਆ। ਉਹ ਇਹ ਸੋਚਦਾ ਪਿਆ ਕਿ ਮੈਨੂੰ ਇੱਥੇ ਕੋਈ ਨਹੀਂ ਛੇੜ ਸਕਦਾ, ਲੇਕਿਨ ਇੱਕ ਸੰਜੋਆ ਇਸਨੇ ਵੀ ਪਾਇਆ, ਔਰ ਉਹ ਹੈ ਪ੍ਰਭੂ ਦੀ ਧਾਰਮਿਕਤਾ ਦਾ ਸੰਜੋਆ। ਔਰ ਉਹ ਕਹਿ ਰਿਹਾ ਉਹ ਮੈਨੂੰ ਇਸ ਤੋਂ ਬਚਾਏਗਾ। ਸੱਚ ਪ੍ਰਭੂ ਦਾ ਕੀ ਹੈ, ਕਿਸ ਤਰ੍ਹਾਂ ਉਹਦੇ ਸੱਚ ਦੇ ਵਿੱਚ ਵਿਸ਼ਵਾਸ ਕਰਦੇ ਆ। ਮੇਰੇ ਨਾਲ ਪਹਿਲੇ ਯਹੂਨਾ ਦੇ ਵਿੱਚ ਪਹਿਲਾ ਚੈਪਟਰ ਨਹੀਂ, 1 ਜੌਨ, ਪਿੱਛੇ ਕਿਤਾਬਾਂ ਉਸਨੇ 3 ਆਉਣੀਆਂ, ਔਰ ਪੰਨਾ ਹੈ 452 ਨਵੇਂ ਨਿਯਮ ਦਾ। ਔਰ ਅਸੀਂ ਅੱਜ ਇੱਥੇ ਖਤਮ ਕਰ 452 ਇਸ ਨੂੰ ਮਿਲ ਜਾ। ਕਿੰਨੇ ਤੋਂ ਪੜ੍ਹਨਾ ਪਾਸਟਰ ਜੀ, ਕਿਹੜੀ ਵਰਸਸ ਪੜ੍ਹਨੀ ਹੈ? ਪਹਿਲੀ ਆਇਤ ਤੋਂ ਲੈ ਕੇ 6 ਆਇਤ ਤੱਕ ਮੇਰੀ ਪਿਆਰੀ ਭੈਣ ਪੜ੍ਹਨੀ। ਓਕੇ ਜੀ। ਸੱਚਾ ਅਤੇ ਝੂਠਾ ਆਤਮਾ। ਪਿਆਰੇ ਮਿੱਤਰੋ, ਉਹਨਾਂ ਸਭ ਤੇ ਵਿਸ਼ਵਾਸ ਨਾ ਕਰੋ ਜੋ ਆਪਣੇ ਵਿੱਚ ਆਤਮਾ ਦਾ ਦਾਅਵਾ ਕਰਦੇ ਹਨ, ਸਗੋਂ ਉਹਨਾਂ ਸਭ ਨੂੰ ਪਰਖੋ ਕਿ ਉਹ ਪਰਮੇਸ਼ਰ ਤੋਂ ਹਨ ਕਿ ਨਹੀਂ, ਕਿਉਂਕਿ ਬਹੁਤ ਸਾਰੇ ਝੂਠੇ ਨਬੀ ਸੰਸਾਰ ਵਿੱਚ ਪੈਦਾ ਹੋ ਚੁੱਕੇ ਹਨ। ਤੁਸੀਂ ਪਰਮੇਸ਼ਰ ਦੇ ਆਤਮਾ ਦੀ ਪਛਾਣ ਇਸ ਤਰ੍ਹਾਂ ਕਰ ਸਕਦੇ ਹੋ। ਉਹ ਹਰ ਕੋਈ ਜੋ ਇਹ ਸਵੀਕਾਰ ਕਰਦਾ ਹੈ ਕਿ ਯਿਸੂ ਮਸੀਹ ਮਨੁੱਖ ਬਣ ਕੇ ਆਇਆ, ਉਸ ਵਿੱਚ ਪਰਮੇਸ਼ਰ ਦਾ ਆਤਮਾ ਹੈ। ਪਰ ਜੋ ਇਹ ਸਵੀਕਾਰ ਨਹੀਂ ਕਰਦਾ ਹੈ, ਉਸ ਵਿਚਲਾ ਆਤਮਾ ਪਰਮੇਸ਼ਰ ਤੋਂ ਨਹੀਂ ਹੈ, ਸਗੋਂ ਪਰਮੇਸ਼ਰ ਵਿਰੋਧੀ ਦਾ ਹੈ, ਜਿਸ ਬਾਰੇ ਤੁਸੀਂ ਸੁਣ ਚੁੱਕੇ ਹੋ ਕਿ ਉਹ ਆ ਰਿਹਾ ਹੈ, ਇੱਥੋਂ ਤੱਕ ਕਿ ਉਹ ਇਸ ਵੇਲੇ ਵੀ ਸੰਸਾਰ ਵਿੱਚ ਹੈ। ਬੱਚਿਓ, ਤੁਹਾਡਾ ਸੰਬੰਧ ਪਰਮੇਸ਼ਰ ਨਾਲ ਹੈ ਅਤੇ ਤੁਸੀਂ ਝੂਠੇ ਨਵੀਆਂ ਤੇ ਜਿੱਤ ਪ੍ਰਾਪਤ ਕਰ ਚੁੱਕੇ ਹੋ, ਕਿਉਂਕਿ ਪਰਮੇਸ਼ਰ ਜੋ ਤੁਹਾਡੇ ਵਿੱਚ ਹੈ ਮਸੀਹ ਵਿਰੋਧੀ ਤੋਂ ਮਹਾਨ ਹੈ ਜੋ ਸੰਸਾਰ ਵਿੱਚ ਹੈ। ਝੂਠੇ ਨਵੀ ਸੰਸਾਰ ਨਾਲ ਸੰਬੰਧ ਰੱਖਦੇ ਹਨ, ਇਸ ਲਈ ਉਹ ਸੰਸਾਰ ਦੀ ਤਰ੍ਹਾਂ ਹੀ ਬੋਲਦੇ ਹਨ ਅਤੇ ਸੰਸਾਰ ਇਸੇ ਕਾਰਨ ਉਹਨਾਂ ਨੂੰ ਸੁਣਦਾ ਵੀ ਹੈ। ਸਾਡਾ ਸੰਬੰਧ ਪਰਮੇਸ਼ਰ ਨਾਲ ਹੈ, ਇਸ ਲਈ ਜੋ ਕੋਈ ਪਰਮੇਸ਼ਰ ਨੂੰ ਜਾਣਦਾ ਹੈ ਪਰਮੇਸ਼ਰ ਉਸ ਦੀ ਸੁਣਦਾ ਹੈ, ਪਰ ਜੋ ਪਰਮੇਸ਼ਰ ਨੂੰ ਨਹੀਂ ਜਾਣਦਾ ਹੈ ਪਰਮੇਸ਼ਰ ਉਸ ਦੀ ਨਹੀਂ ਸੁਣਦਾ ਹੈ। ਸੋ ਇਸ ਦੇ ਆਧਾਰ ਤੇ ਅਸੀਂ ਸੱਚੇ ਅਤੇ ਝੂਠੇ ਆਤਮਾ ਵਿੱਚ ਫਰਕ ਕਰ ਸਕਦੇ ਹਾਂ। ਆਮੀਨ। ਦੋ ਚੀਜ਼ਾਂ ਦਾ ਮੁਕਾਬਲਾ ਅਸੀਂ ਜਿੱਥੋਂ ਦੇਖ ਕੇ ਆਏ, ਉਦਾਹਰਨ ਦੇਖ ਕੇ ਆਏ ਹਾਂ, ਉੱਥੇ ਦੋ ਚੀਜ਼ਾਂ ਦਾ ਮੁਕਾਬਲਾ ਹੈ। ਇੱਕ ਆਤਮਾ ਜਿਹੜਾ ਉਹ ਦਾਊਦ ਦੇ ਕੋਲ ਆ, ਔਰ ਦੂਸਰਾ ਜਿਹੜਾ ਇੱਕ ਆਤਮਾ ਉਹਦੇ ਕੋਲ ਆ ਜਿਹੜਾ ਸਾਊਲ, ਜੋ ਸਾਰੇ ਇਜ਼ਰਾਈਲੀਆਂ ਦੇ ਨਾਲੋਂ ਗਿੱਠ ਉੱਚਾ, ਲੇਕਿਨ ਉਹ ਅੰਦਰ ਲੁਕ ਕੇ ਬੈਠਾ, ਆਪਣੇ ਪੁੱਤ ਨੂੰ ਵੀ ਅੰਦਰ ਲੁਕੋਇਆ ਹੈ। ਲੇਕਿਨ ਦੂਸਰਾ ਆਪਣੇ ਬਾਲਕਪਨ ਦੇ ਵਿੱਚ, ਔਰ ਉਹ ਉਹਨਾਂ ਖੰਭਾਂ ਤੇ ਉੱਡਦਾ ਪਿਆ ਜਿਹੜੇ ਪ੍ਰਭੂ ਦੇ ਆਤਮਾ ਦੇ, ਔਰ ਉਹ ਦੇਖਦਾ ਪਿਆ ਕਿ ਉਹ ਇਹ ਨਹੀਂ ਦੇਖਦਾ ਪਿਆ ਇਹਦਾ ਕੱਦ ਕਿੱਡਾ ਹੈ, ਉਹ ਇਹ ਨਹੀਂ ਦੇਖਦਾ ਪਿਆ ਕਿ ਇਹਨੇ ਕਿੱਦਾਂ ਦੇ ਹਥਿਆਰ ਫੜੇ ਹੋਏ, ਉਹ ਇਹ ਦੇਖਦਾ ਪਿਆ ਕਿ ਇਹ ਕੁਛ ਨਹੀਂ, ਕਿਉਂਕਿ ਮੇਰੇ ਨਾਲ ਪ੍ਰਭੂ ਆ। ਉਹ ਪ੍ਰਭੂ ਦੇ ਸੱਤ ਦਾ ਹਥਿਆਰ ਲੈ ਕੇ ਤੁਰਿਆ। ਇਸ ਕਰਕੇ ਜਿਹੜੀ ਚੌਥੀ ਆਇਤ ਉਹ ਇਹ ਸਾਨੂੰ ਦੱਸਦੀ ਆ ਕਿ ਤੁਹਾਡੇ ਅੰਦਰ ਜੋ ਵਾਸ ਕਰਦਾ ਪਰਮੇਸ਼ਰ ਦੇ ਸੱਤ ਦਾ ਆਤਮਾ, ਉਸ ਦੇ ਨਾਲੋਂ ਵੱਡਾ ਜੋ ਸੰਸਾਰ ਦੇ ਵਿੱਚ ਵਾਸ ਕਰਦਾ। ਚੌਥੀ ਆਇਤ ਮੇਨ ਆਇਤ, ਉਸ ਦੇ ਨਾਲੋਂ ਵੱਡਾ ਜੋ ਸੰਸਾਰ ਦੇ ਵਿੱਚ ਵਾਸ ਕਰਦਾ। ਸੱਤ ਦਾ ਕੰਮ ਤੇ ਧਾਰਮਿਕਤਾ ਦਾ ਸੰਜੋਗ ਅਸੀਂ ਲੈ ਕੇ ਤੁਰਦੇ ਹਾਂ। ਯਿਸੂ ਦੇ ਬੋਲੇ ਹਰ ਚੀਜ਼ ਨੂੰ ਅਸੀਂ ਇੱਕ ਸੱਤ ਦੇ ਤੌਰ ਤੇ ਲੈਂਦੇ ਹਾਂ, ਉਸਦੇ ਵਾਅਦੇ ਨੂੰ ਅਸੀਂ ਸੱਤ ਦੇ ਤੌਰ ਤੇ ਲੈਂਦੇ ਹਾਂ। ਅਸੀਂ ਸਾਡਾ ਆਧਾਰ, ਵਿਸ਼ਵਾਸ ਦਾ ਆਧਾਰ ਸੱਤ ਦੇ ਉੱਤੇ ਹੈ, ਜੋ ਇਸ ਧਰਤੀ ਦੀ ਹਰ ਇੱਕ ਚੀਜ਼ ਦੇ ਲਈ ਕਿੰਤੂ ਪਰੰਤੂ ਹੈ, ਪਰ ਉਹ ਸਾਡਾ ਸੱਤ। ਇਸ ਕਰਕੇ ਅਸੀਂ ਉਸ ਸੱਤ ਨੂੰ ਅੱਗੇ ਲੈ ਕੇ ਜਾਂਦੇ ਹਾਂ ਜੋ ਇਨਸਾਨ ਦੀ ਸਮਝ ਤੋਂ ਬਾਹਰ ਆ। ਇਸ ਕਰਕੇ ਅਸੀਂ ਜੇਤੂ ਠਹਿਰਦੇ ਹਾਂ, ਕਿਉਂਕਿ ਉਹ ਸਵਰਗ ਦਾ ਸੱਚ ਇਸ ਧਰਤੀ ਦੇ ਉੱਤੇ ਜੋ ਸਾਡੇ ਨਾਲ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਇਸ ਸਮੇਂ ਦੇ ਲਈ ਜੋ ਸਾਨੂੰ ਦਿੱਤਾ।
ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ, ਤੇਰੀਆਂ ਮਹਾਨ ਬਰਕਤਾਂ ਦੇ ਲਈ ਜੋ ਪ੍ਰਭੂ ਜੀ ਸਾਡੇ ਉੱਤੇ ਤੂੰ ਉਡੇਲ ਦਿੱਤੀ। ਪਿਆਰੇ ਪ੍ਰਭੂ, ਮੈਂ ਆਪਣੇ ਭੈਣ ਭਰਾਵਾਂ ਨੂੰ ਤੇਰੀਆਂ ਹੱਥਾਂ ਦੇ ਵਿੱਚ ਦਿੰਦਾ। ਖੁਦਾਵੰਦ, ਸਾਡੇ ਵਿੱਚ ਕੌਣ ਮੁਸੀਬਤਾਂ ਤੋਂ ਬਾਹਰ? ਇੱਕ ਵੀ। ਸੋ ਪ੍ਰਭੂ ਜੀ, ਮੈਂ ਇਸ ਕਰਕੇ ਦੁਆ ਕਰਦਾ ਕਿ ਤੂੰ ਮੇਰੇ ਭੈਣ ਭਰਾਵਾਂ ਨੂੰ ਇਸ ਸੱਤ ਦੇ ਵਿੱਚ ਖੜਾ ਕਰ ਦੇ, ਸੱਤ ਦੇ ਆਤਮਾ ਦੇ ਨਾਲ ਖੜਾ ਕਰ ਦੇ ਔਰ ਆਪਣੀਆਂ ਬਰਕਤਾਂ ਦੇ ਨਾਲ ਖੜਾ ਕਰ ਦੇ। ਪਿਆਰੇ ਪ੍ਰਭੂ, ਮੈਂ ਆਪਣੇ ਆਪ ਨੂੰ ਔਰ ਆਪਣੇ ਭੈਣ ਭਰਾਵਾਂ ਨੂੰ ਤੇਰੇ ਪਵਿੱਤਰ ਹੱਥਾਂ 'ਚ ਸੌਂਪਦਾ। ਸਾਡੇ ਅੱਗੇ, ਸਾਡੇ ਪਿੱਛੇ, ਸਾਡੇ ਸੱਜੇ, ਸਾਡੇ ਖੱਬੇ, ਸਾਡੇ ਉੱਪਰ, ਸਾਡੇ ਪੈਰਾਂ ਦੇ ਥੱਲੇ ਔਰ ਸਾਡੇ ਸੱਤੇ ਪਾਸੇ ਪ੍ਰਭੂ ਜੀ ਤੇਰੀ ਦਇਆ ਬਣੀ ਰਹੇ, ਤੇਰੀ ਕਿਰਪਾ, ਤੇਰਾ ਪਿਆਰ, ਤੇਰੀ ਰਾਖੀ, ਤੇਰੀ ਸ਼ਾਂਤੀ, ਤੇਰਾ ਅਰਹਾਮ, ਤੇਰੀ ਨਿਗਾਹ ਪ੍ਰਭੂ ਜੀ ਸਾਡੇ ਨਾਲ ਬਣੀ ਰਹੇ। ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖੀ ਜਦ ਤੱਕ ਦੁਆਰਾ ਮਿਲੀਏ। ਪ੍ਰਭੂ ਜੀ, ਸਾਨੂੰ ਆਪਣੇ ਆਪ ਦੇ ਵਿੱਚ ਸੰਭਾਲ ਕੇ ਰੱਖੀ, ਮਸੀਹ ਯਿਸੂ ਦੇ ਮਿੱਠੇ ਪਿਆਰੇ ਨਾਮ 'ਚ। ਪਾਸਟਰ ਜੀ ਜੀਵਨ ਦੇ ਲਈ ਪ੍ਰਾਰਥਨਾ ਕਰੂੰਗੇ। ਹੈਲੋ, ਜ਼ਰੂਰ ਮੇਰੀ ਪਿਆਰੀ ਭੈਣ। ਹਾਂਜੀ, ਉਹਦਾ ਕੱਲ ਨੂੰ